ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਨੇ ਹਰਬੰਸ ਸਿੰਘ ਜੀ ਨਾਲ। ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ। ਸਤਿ ਸ਼੍ਰੀ ਅਕਾਲ। ਕੀ ਹਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ, ਜ਼ਿੰਦਾਬਾਦ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਹੀ ਜ਼ਿੰਦਾਬਾਦ। ਕੀ ਬਾਤ ਹੈ। ਤੇ ਟਹਿਣਾ ਸਾਹਿਬ, ਬਾਹਰ ਮੌਸਮ ਹਾਂ, ਬਹੁਤ ਸੋਹਣਾ, ਔਸਮ ਬਣਿਆ ਪਿਆ। ਬਿਲਕੁਲ ਜੀ। ਕਦੇ ਕਦੇ ਲੱਗਦਾ ਡਲਹੌਜ਼ੀ ਚ, ਹਾਂ, ਕਦੇ ਕਦੇ ਲੱਗਦਾ ਸ਼ਿਮਲੇ ਬੈਠੇ ਆ। ਜੀ। ਮਤਲਬ ਇਹ ਆ ਵੀ ਇੱਥੇ ਆਨੰਦਦਾਇਕ ਮਾਹੌਲ, ਬਿਲਕੁਲ ਮੌਸਮ ਆ ਜਿਹੜਾ। ਜੀ। ਤੇ ਦੂਜੀ ਗੱਲ ਇਹ ਆ ਵੀ ਪਤਾ ਕੋਈ ਨਹੀਂਗਾ, ਕਈ ਥਾਵਾਂ ਤੇ ਮੀਂਹ ਪੈ ਗਿਆ, ਕਈ ਥਾਵਾਂ ਤੇ ਧਰਤੀ ਭੜਾਸ ਜੀ ਫੇਰ ਛੱਡਦੀ ਆ। ਜੀ। ਸੋ ਗਰਮੀ 2-3 ਦਿਨ ਫੇਰ ਬੜੀ ਪਈ ਆ ਤੇ ਬੱਦਲਵਾਈ ਜੀ ਅੱਜ ਫੇਰ ਹੈਗੀ ਆ। ਉਹਦਾ ਮੌਸਮ ਵਿਭਾਗ ਕਹਿੰਦਾ ਵੀ ਇਹ ਜਿਹੜਾ ਪੂਰਾ ਹਫਤਾ ਨਾ ਇਹ ਬੰਬ ਬੁਲਾ ਰਹੇ ਮੀਂਹ ਨੇ। ਨਹੀਂ, ਮੌਸਮ ਵਿਭਾਗ ਤਾਂ ਬਹੁਤ ਕੁਝ ਕਹਿੰਦਾ ਹੁੰਦਾ ਟਹਿਣਾ ਸਾਹਿਬ। ਉਧਰਲੇ ਵਾਲੇ ਪਾਸੇ ਤਾਂ ਆਪਾਂ ਜਾਣਾ ਹੀ ਨਹੀਂ, ਕਿਉਂਕਿ ਕੁਦਰਤ ਦੇ ਅੱਗੇ ਮੈਨੂੰ ਲੱਗਦਾ ਸਾਡੇ ਵਾਲੇ ਮੌਸਮ ਵਿਭਾਗ ਦਾ ਕੋਈ ਜ਼ੋਰ ਨਹੀਂ ਚੱਲਦਾ। ਹਾਂ, ਕਿਉਂਕਿ ਜੋ ਕਹਿੰਦੇ ਨੇ ਉਹ ਤੋਂ ਬਿਲਕੁਲ ਉਲਟ ਹੁੰਦਾ, ਜਾਂ ਕੋਈ ਵੈਰ ਹੈ ਕੁਦਰਤ ਦੇ ਨਾਲ। ਵੀ ਕੁਦਰਤ ਕਹਿੰਦੀ ਅੱਛਾ ਹੁਣ ਤੁਸੀਂ ਕਿਹਾ ਮੀਂਹ ਪੈਣਾ, ਬਿਲਕੁਲ ਨਹੀਂ ਪਊਗਾ। ਹੁਣ ਤੁਸੀਂ ਕਹਿੰਦੇ ਆ ਕਿ ਹਵਾ ਚੱਲੂਗੀ, ਬਿਲਕੁਲ ਨਹੀਂ ਚੱਲੂਗੀ। ਹੁਣ ਤੁਸੀਂ ਕਹਿੰਦੇ ਆ ਵੀ ਧੁੱਪ ਬਹੁਤ ਤਿੱਖੀ ਹੋਊਗੀ, ਬਿਲਕੁਲ ਨਹੀਂ ਹੋਊਗੀ। ਇਹ ਬਿਲਕੁਲ ਉਲਟ ਚੱਲ ਰਿਹਾ ਸਾਰਾ ਕੁਝ। ਬਾਕੀ ਗੱਲ ਇਹ ਹੈ, ਮੌਸਮ ਜ਼ਿਆਦਾ ਔਸਮ ਇਸ ਲਈ ਵੀ ਆ ਕਿ ਹਵਾ ਬੜੀ ਸੋਹਣੀ ਚੱਲ ਰਹੀ ਹੈ ਫਿਲਹਾਲ, ਹੈ ਨਾ। ਤੇ ਪਰ ਕੁਝ ਇੱਕ ਥਾਵਾਂ ਤੇ ਇਸ ਮੌਸਮ ਨੇ ਬਹੁਤ ਜ਼ਿਆਦਾ ਤਬਾਹੀ ਵੀ ਮਚਾਈ ਹੋਈ ਹੈ। ਬਹੁਤ ਮਾੜੀ ਗੱਲ ਹੋਈ ਆ। ਮੈਂ ਖਬਰ ਪੜ੍ਹ ਕੇ ਹਟਿਆ, ਮੁੰਬਈ ਦੇ ਵਿੱਚ ਮੀਂਹ ਬਹੁਤ ਪਈ ਜਾਂਦਾ, ਜਿਹਦੇ ਕਰਕੇ 30 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਛੱਤਾਂ ਡਿੱਗਣ ਦੇ ਕਰਕੇ। ਉੱਥੇ ਹੋਰ ਬੜੇ ਹਾਦਸੇ ਇਹੋ ਜਿਹੇ ਵਾਪਰ ਰਹੇ ਆ। ਸਾਰੇ ਪਾਸੇ ਕੁਦਰਤ ਠੰਡ ਵਰਤਾਵੇ ਤੇ ਕਿਸੇ ਵੀ ਜੀਅ ਦਾ ਵਿਛੋੜਾ ਨਾ ਪਾਵੇ, ਕਿਸੇ ਦਾ ਵਾਲ ਵਿੰਗਾ ਨਾ ਹੋਵੇ, ਨਾ ਮਾਲੀ ਤੌਰ ਤੇ ਨਾ ਜਾਨੀ ਤੌਰ ਤੇ ਕੋਈ ਨੁਕਸਾਨ ਨਾ ਜਾਵੇ। ਇਹਦੀ ਅਸੀਂ ਕਾਮਨਾ ਕਰਦੇ ਹਾਂ, ਅਰਦਾਸ ਕਰਦੇ ਹਾਂ। ਬਿਲਕੁਲ ਸਹੀ। ਤੇ ਚਾਹੀਦੇ ਵਿਚਾਰ ਦੀ ਸਾਂਝ ਪਾਈ ਵਿਚਾਰ ਨਾ ਗੁਰਭਜਨ ਗਿੱਲ ਸਾਹਿਬ ਦੇ ਇੱਕ ਸ਼ੇਰ ਦੇ ਰੂਪ ਦੇ ਵਿੱਚ। ਵਾਹ ਵਾਹ, ਧਿਆਨ ਨਾਲ ਸੁਣਿਓ ਤੇ ਸਾਰੇ ਹੀ ਸੁਣਿਓ ਕਿ ਆਪਣੇ ਵੱਲੋਂ ਤਾਂ ਉਹ ਵੱਡੇ ਕਰ ਜਾਂਦਾ ਹੈ, ਆਪਣੇ ਵੱਲੋਂ ਤਾਂ ਉਹ ਵੱਡੇ ਕਰ ਜਾਂਦਾ ਹੈ, ਪਰ ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਵਾਹ ਵਾਹ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਹੈ। ਹੁਣ ਇਹ ਤੁਸੀਂ ਦੇਖ ਲਓ ਵੀ ਬੇਸ਼ਰਮ ਹੋ ਕੇ ਨੀਵੀਂ ਪਾਉਣੀ ਆ, ਜਾਂ ਫਿਰ ਧੌਣ ਉੱਚੀ ਰੱਖ ਕੇ ਤੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ। ਕੀ ਬਾਤ ਹੈ ਟਹਿਣਾ ਸਾਹਿਬ, ਛਾ ਗਏ ਤੁਸੀਂ ਤਾਂ। ਅਸਲ ਦੇ ਵਿੱਚ ਇਨਸਾਨ ਹੀ ਉਹ ਹੈ, ਅਸਲ ਦੇ ਵਿੱਚ ਇਨਸਾਨੀਅਤ ਹੀ ਉਹ ਹੈ ਜਿਹੜਾ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਪਰਖ ਸਕੇ, ਉਹਦੀ ਗੱਲ ਕਰ ਸਕੇ। ਨਹੀਂ ਤਾਂ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਫਿਰ ਸਰੀ ਜਾਂਦਾ। ਹਾਂ, ਇੱਕ ਮੈਨੂੰ ਗੱਲ ਹੋਰ ਚੇਤੇ ਆ ਗਈ। ਕਹਿੰਦੇ ਵੀ ਇੱਕ ਵਾਰੀ ਨਾ ਇੱਕ ਚੀਤੇ ਦੀ ਤੇ ਭੇਡ ਦੀ ਆਪਸ ਦੇ ਵਿੱਚ ਬਹਿਸ ਹੋ ਗਈ। ਚੀਤਾ ਕਹਿੰਦਾ ਵੀ ਅਸਮਾਨ ਦਾ ਰੰਗ ਨਾ ਨੀਲਾ, ਭੇਡ ਕਹਿੰਦੀ ਨਾ ਗੂੜਾ ਹਰਾ। ਅੱਛਾ। ਉਹ ਕਹਿੰਦਾ ਨਾ ਇਹ ਨੀਲਾ। ਅੱਛਾ ਜੀ। ਭੇਡ ਕਹਿੰਦੀ ਨਾ ਇਹ ਹਰਾ। ਚੀਤਾ ਕਹਿੰਦਾ ਨਾ ਇਹ ਨੀਲਾ, ਭੇਡ ਕਹਿੰਦੀ ਨਾ ਇਹ ਹਰਾ। ਗੱਲ ਜੀ ਇੱਥੋਂ ਪਹੁੰਚਦੀ ਲੜਾਈ ਤੇ ਪਹੁੰਚ ਗਈ। ਇਸ ਤੋਂ ਬਾਅਦ ਜੁੰਡੋ ਜੁੰਡੀ ਹੋ ਗਏ ਤੇ ਗੱਲ ਨਾ ਜੰਗਲ ਦੇ ਰਾਜੇ ਸ਼ੇਰ ਤੱਕ ਪਹੁੰਚ ਗਈ। ਕੀ ਬਾਤ। ਤੇ ਜੰਗਲ ਦੇ ਰਾਜੇ ਨੇ ਦੋਵਾਂ ਨੂੰ ਸੱਦਿਆ ਤੇ ਸੁਣ ਕੇ ਪੂਰੀ ਗੱਲ ਉਹ ਕਹਿੰਦਾ ਵੀ ਚੀਤੇ ਨੂੰ 6 ਮਹੀਨੇ ਵਾਸਤੇ ਨਾ ਜੇਲ੍ਹ 'ਚ ਸੁੱਟ ਦਿਓ। ਉਹ ਕਹਿੰਦਾ ਜਨਾਬ ਮੇਰਾ ਕਸੂਰ ਕੀ ਆ, ਮੈਂ ਗਲਤੀ ਕੀ ਕੀਤੀ ਆ? ਮੈਂ ਤਾਂ ਇਹ ਕਹਿਣਾ ਸੀ ਵੀ ਅਸਮਾਨ ਦਾ ਰੰਗ ਨੀਲਾ, ਤੁਸੀਂ ਮਾੜਾ ਜਿਹਾ ਤਾਂ ਨੂੰ ਮੂੰਹ ਕਰਕੇ ਦੇਖੋ, ਅਸਮਾਨ ਦਾ ਰੰਗ ਨੀਲਾ ਹੀ ਆ। ਕਹਿੰਦਾ ਹੈਗਾ ਨੀਲਾ ਹੀ ਆ, ਗਲਤ ਨਹੀਂਗਾ ਤੂੰ, ਪਰ ਤੂੰ ਭੇਡ ਨਾਲ ਬਹਿਸ ਕਿਹੜੀ ਗੱਲੋਂ ਕੀਤੀ? ਆਏ ਹਾਏ ਕੀ ਬਾਤ ਹੈ। ਭੇਡਾਂ ਨਾਲ ਬਿਲਕੁਲ ਨਹੀਂ ਬਹਿਸ ਕਰਨੀ ਚਾਹੀਦੀ। ਇਸ ਕਰਕੇ ਜ਼ਿੰਦਗੀ ਜ਼ਿੰਦਾਬਾਦ, ਜ਼ਿੰਦਗੀ ਸਦਾ ਹੀ ਜ਼ਿੰਦਾਬਾਦ ਹੈ ਟਹਿਣਾ ਸਾਹਿਬ। ਗੱਲ ਇਹ ਹੈ ਕਿ ਨਾ ਉਹ ਕਹਿੰਦੇ ਹੁੰਦੇ ਆ ਨਾ ਵੀ ਮਤਲਬ ਜੇਕਰ ਤੁਸੀਂ ਚਿੱਕੜ ਦੇ ਵਿੱਚ ਕੋਈ ਪੱਥਰ ਸਿੱਟੋਗੇ ਤੇ ਛਿੱਟੇ ਤਾਂ ਤੁਹਾਡੇ ਤੇ ਹੀ ਪੈਣੇ ਆ ਨਾ, ਚਿੱਕੜ ਦਾ ਕੀ ਵਿਗੜਦਾ। ਸੋ ਤੁਹਾਡਾ ਚੱਜ ਦਾ ਵਿਚਾਰ ਕੀ ਆ? ਮੇਰੇ ਵਾਲਾ ਚਾਹੀਦਾ ਵਿਚਾਰ ਮੈਂ ਕਿਸੇ ਬਜ਼ੁਰਗ ਤੋਂ ਸੁਣਿਆ ਤੇ ਮੈਂ ਕਿਹਾ ਸਾਂਝਾ ਕਰ ਲੈਂਦੇ ਆ। ਬਜ਼ੁਰਗ ਕਹਿੰਦੇ ਨੇ ਕਿ ਕਿਸੇ ਗਰੀਬ ਦੀ ਹਾਂ, ਆਪਾਂ ਕਹਿੰਦੇ ਨੇ ਵੀ ਹਾਂ ਲੱਗ ਗਈ ਉਹਨੂੰ, ਹੈ ਨਾ, ਕਿਸੇ ਗਰੀਬ ਦੀ ਹਾਂ ਤੇ ਕਿਸੇ ਦੋਗਲੇ ਦੀ ਸਲਾਹ ਬਿਲਕੁਲ ਨਾ ਲਓ। ਬਹੁਤ ਖੂਬ, ਕੀ ਬਾਤ ਆ। ਕਿਸੇ ਗਰੀਬ ਦੀ ਹਾਂ ਤੇ ਕਿਸੇ ਦੋਗਲੇ ਦੀ ਸਲਾਹ ਬਿਲਕੁਲ ਨਾ। ਉਹ ਨਾ ਕਹਿੰਦੇ ਵੀ ਇੱਕ ਥਾਂ ਤੇ ਕੋਈ ਨੇਤਾ ਸੀਗਾ, ਨੇਤਾ ਕਹਿ ਲਓ ਜਾਂ ਕਿਸੇ ਵੀ ਪਾਰਟੀ ਦਾ ਕੋਈ ਮੁਤਬਰ ਕਹਿ ਲਓ, ਉਹ ਇਲਾਕੇ ਦੇ ਵਿੱਚ ਨਾ ਕਦੇ ਵੀ ਗੱਲ ਨਿਰਪੱਖ ਨਹੀਂ ਸੀ ਕਰਦਾ ਹੁੰਦਾ। ਅੱਛਾ ਜੀ। ਉਹਨੇ ਨਾ ਦੋਨਾਂ ਪਾਸਿਆਂ ਦੀ ਗੱਲ ਕਰਨੀ, ਉਹ ਕਦੇ ਨਹੀਂ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿੰਦਾ ਸੀਗਾ। ਮੰਨ ਲਓ ਦੋ ਧਿਰਾਂ ਬੈਠੀਆਂ, ਇੱਧਰਲੇ ਪਾਸੇ ਇੱਕ ਪਾਰਟੀ ਬੈਠੀ, ਇੱਧਰਲੇ ਪਾਸੇ ਇੱਕ। ਉਹਨੇ ਜਦੋਂ ਫੈਸਲਾ ਕਰਨ ਕਹਿੰਦਾ ਦੇਖੋ ਜੀ ਗਲਤ ਇਹ ਵੀ ਨਹੀਂ, ਸਹੀ ਇਹ ਵੀ ਆ। ਕੀ ਬਾਤ ਹੈ। ਇਹ ਆ, ਦੋਗਲਿਆਂ ਤੋਂ ਬਚੋ। ਹਾਂ, ਸਹੀ ਤੇ ਗਲਤ ਦੀ ਪਰਖ ਕਰਨੀ ਸਿੱਖੋ। ਬਿਲਕੁਲ ਸਹੀ। ਟਹਿਣਾ ਸਾਹਿਬ, ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਇਰਲ ਹੋ ਰਹੀ ਸੀ। ਬਜ਼ੁਰਗ ਦੀ ਵੀਡੀਓ ਜੀ, ਜਿਹਦੇ ਬਾਰੇ ਜੀ ਕਰਦਾ ਗੱਲ ਕਰਨ ਨੂੰ
ਤੇ ਇਹੋ ਜਿਹੇ ਬਜ਼ੁਰਗਾਂ ਨੂੰ ਸਲਾਮ ਕਰਨੀ ਬਣਦੀ ਹੈ। ਬਿਲਕੁਲ ਸਹੀ, ਉਹਨਾਂ ਦਾ ਹੌਸਲਾ, ਉਹਨਾਂ ਦੇ ਅੰਦਰ ਜਿਹੜੇ ਇੱਕ ਜਜ਼ਬਾ ਹੈ ਉਹਦੇ ਬਾਰੇ ਚ ਜ਼ਰੂਰ ਸਾਰਿਆਂ ਨੂੰ ਗੱਲ ਵੀ ਕਰਨੀ ਚਾਹੀਦੀ ਹੈ ਤੇ ਉਹਦੇ ਤੋਂ ਕੁਝ ਨਾ ਕੁਝ ਸਿੱਖਣਾ ਵੀ ਚਾਹੀਦਾ ਹੈ। ਇਹ ਜਿਹੜੇ ਬਜ਼ੁਰਗ ਨੇ ਇਹ ਕਿਸ ਤਰੀਕੇ ਦੇ ਨਾਲ ਹੱਥੀਂ ਕਿਰਤ ਕਰ ਰਹੇ ਨੇ, ਕਿਵੇਂ ਆਪਣੇ ਪੋਤੇ ਪੋਤੀਆਂ ਨੂੰ ਪਾਲਣ ਦੇ ਲਈ ਜਦੋਜਹਿਦ ਕਰ ਰਹੇ ਨੇ, ਕਿਵੇਂ ਮਿਹਨਤ ਕਰ ਰਹੇ ਨੇ, ਕਿਵੇਂ ਜੋ ਸਾਨੂੰ ਬਾਬੇ ਨਾਨਕ ਨੇ ਸਿਖਾਇਆ ਕਿ 10 ਨੌਹਾਂ ਦੀ ਕਿਰਤ ਕਰਨੀ ਚਾਹੀਦੀ ਹੈ, ਕਿਵੇਂ ਉਸ ਫਲਸਫੇ ਦੇ ਉੱਪਰ ਖਰੇ ਉਤਰ ਰਹੇ ਨੇ, ਇਹ ਵਾਕਈ ਕਾਬਿਲੇ ਤਾਰੀਫ। ਬਿਲਕੁਲ ਜੀ, ਬਾਪੂ ਜੀ ਦਾ ਨਾਮ ਹੈਗਾ ਸਰਦਾਰ ਹਰਬੰਸ ਸਿੰਘ ਜੀ, ਮੋਗਾ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ, ਦਸ਼ਮੇਸ਼ ਨਗਰ ਦੇ। ਇਹਨਾਂ ਨੇ ਇੱਕ ਇਹੋ ਜਿਹੀ ਗੈਰਤਮੰਦੀ ਦੀ, ਖੁਦਦਾਰੀ ਦੀ ਇੱਕ ਇਹੋ ਜਿਹੀ ਮਿਸਾਲ ਪੈਦਾ ਕੀਤੀ ਹੈ ਵੀ ਜਿਹੜੀ ਸਾਡੇ ਵਿੱਚੋਂ ਬਹੁਤ ਘੱਟ ਪੰਜਾਬੀਆਂ ਦੇ ਹਿੱਸੇ ਆਈ ਆ। ਅਸੀਂ ਤਾਂ ਪੰਜਾਬੀਆਂ ਦਾ ਇੱਕ ਹਿੱਸਾ ਉਲਾਂਭਿਆਂ ਦੇ ਵਿੱਚ ਹੀ ਮਾਰੀ ਗਏ ਵੀ ਭਾਈ ਰੱਬ ਨੇ ਸਾਨੂੰ ਆਹ ਨਹੀਂ ਦਿੱਤਾ, ਕੁਦਰਤ ਨੇ ਸਾਡੇ ਕੋਲੋਂ ਆਹ ਖੋਹ ਲਿਆ, ਫਲਾਣੇ ਨੇ ਐਂ ਕਰਤਾ, ਸਾਡੇ ਨਾਲ ਧੱਕਾ ਹੋ ਗਿਆ। ਜਦ ਕਿ ਖੁਦਦਾਰੀ ਕੀ ਹੁੰਦੀ ਆ ਉਹਦੀ ਮਿਸਾਲ ਪੇਸ਼ ਕੀਤੀ ਹੈ। ਇਹ ਬਜ਼ੁਰਗ 101 ਸਾਲ ਦੀ ਉਮਰ ਦੇ ਵਿੱਚ ਬਾਪੂ ਜੀ ਜਿਹੜੇ ਉਹ ਰੇਹੜੀ ਲਾਉਂਦੇ ਆ ਆਲੂਆਂ ਗੰਢਿਆਂ ਦੀ, ਸਬਜ਼ੀਆਂ ਦੀ ਜੀ। ਇਹਨਾਂ ਦੀ ਇੱਕ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਵੀ ਇਸ ਉਮਰ ਦੇ ਵਿੱਚ ਇੱਕ ਬਜ਼ੁਰਗ ਆ ਜਿਹੜਾ ਉਹ ਰੇਹੜੀ ਲਾਉਣ ਵਾਸਤੇ ਮਜਬੂਰ ਆ ਆਪਦੇ ਟੱਬਰ ਟੀਰ ਨੂੰ ਚਲਾਉਣ ਦੇ ਲਈ। ਮੁੱਖ ਮੰਤਰੀ ਤੱਕ, ਕੈਪਟਨ ਅਮਰਿੰਦਰ ਸਿੰਘ ਤੱਕ ਇਹ ਗੱਲ ਪਹੁੰਚ ਗਈ। ਉਹਨਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਇਸ ਬਜ਼ੁਰਗ ਦੀ 5 ਲੱਖ ਰੁਪਏ ਦੀ ਮਦਦ ਕਰਨੀ ਹੈ, ਜਿਵੇਂ ਕਿ ਇਸ ਤੋਂ ਪਹਿਲਾਂ ਵੀ ਕਈ ਥਾਵਾਂ ਤੇ ਹੋਈ ਆ। ਚੰਗੀ ਗੱਲ ਆ, ਮਦਦ ਕਰਨੀ ਵੀ ਚਾਹੀਦੀ ਹੈ ਜੇਕਰ ਸਰਕਾਰਾਂ ਸੱਚੀ ਮੁੱਚੀ ਕਰਨ ਤਾਂ। ਬਜ਼ੁਰਗ ਦੇ ਨਾਲ ਮੀਟਿੰਗ ਕੀਤੀ ਡਿਪਟੀ ਕਮਿਸ਼ਨਰ ਨੇ ਵੀ ਬਜ਼ੁਰਗੋ ਤੁਹਾਡੇ ਲਈ 5 ਲੱਖ ਰੁਪਈਆ ਸਰਕਾਰ ਵੱਲੋਂ ਆਇਆ, ਤੁਹਾਨੂੰ ਚੈੱਕ ਦੇ ਦਿੰਨੇ ਆ, ਤੇ ਜੇਕਰ ਤੁਹਾਡੇ ਬੱਚਿਆਂ ਦੇ ਵਿੱਚੋਂ ਕੋਈ ਪੜ੍ਹਨ ਵਾਲਾ, ਪੋਤੇ ਪੋਤੀਆਂ ਚੋਂ ਕੋਈ ਪੜ੍ਹਨ ਲਿਖਣ ਵਾਲਾ, ਉਹ ਦੱਸੋ, ਸਰਕਾਰੀ ਤੌਰ ਤੇ ਪੜ੍ਹਾਈ ਵੀ ਹੋ ਜੂਗੀ। ਤੇ ਸਰਕਾਰੀ ਹੁਕਮਾਂ ਦੇ ਮੁਤਾਬਕ ਜੇਕਰ ਕੋਈ ਕਾਬਲ ਆ ਨੌਕਰੀ ਦੇ ਤਾਂ ਇੱਕ ਜੀ ਨੂੰ ਨੌਕਰੀ ਵੀ ਦਿੱਤੀ ਜਾ ਸਕਦੀ ਆ। ਤੇ ਬਜ਼ੁਰਗ ਨੇ ਅੱਗੋਂ ਪਤਾ ਕੀ ਕਿਹਾ, ਕਹਿੰਦਾ ਦੇਖੋ ਜੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੇਰੇ ਕੋਲੇ ਸਾਰਾ ਕੁਝ ਹੀ ਹੈਗਾ, ਇਹ ਮਿਹਨਤ ਕਰਨੀ ਮੇਰੇ ਸੁਭਾਅ ਦੇ ਵਿੱਚ ਸ਼ਾਮਲ ਹੈ ਤੇ ਮੈਂ ਚਾਹੁੰਦਾ ਕਿ ਇਉਂ ਮਿਹਨਤ ਕਰਦਾ ਕਰਦਾ ਹੀ ਮੈਂ ਮੁੱਕਾਂ, ਮੇਰੀ ਮੌਤ ਇਦਾਂ ਮਿਹਨਤ ਕਰਦੇ ਕਰਦੇ ਹੀ ਹੋਵੇ। ਉਹ ਕਹਿੰਦੇ ਜੀ ਕਿ ਮੈਂ ਬਦਲ ਨਹੀਂ ਸਕਦਾ, ਮੈਂ ਤਾਂ ਕੰਮ ਹੀ ਕਰਨਾ, ਮੈਨੂੰ ਤੁਹਾਡੀ ਸਰਕਾਰੀ ਰਹਿਮਤ ਦੀ ਕੋਈ ਲੋੜ ਨਹੀਂ ਆ, ਮੈਂ ਨਹੀਂ ਚਾਹੁੰਦਾ ਵੀ ਮੈਂ ਸਰਕਾਰ ਦਾ ਰੁਪਈਆ ਵੀ ਜੇਬ 'ਚ ਪਾਵਾਂ, ਪਰ ਹਾਂ ਮੇਰਾ ਇੱਕ ਛੋਟਾ ਜਿਹਾ ਕੰਮ ਆ, ਜੇਕਰ ਕਰ ਦਿਓ ਤਾਂ। ਡੀਸੀ ਸਾਹਿਬ ਕਹਿੰਦੇ ਵੀ ਕਿਹੜਾ ਕੰਮ ਆ? ਕਹਿੰਦੇ ਵੀ ਅਸਲ ਦੇ ਵਿੱਚ ਅਸੀਂ ਥੋੜੀ ਜਿਹੀ ਜ਼ਮੀਨ ਲਈ ਸੀ, ਰਜਿਸਟਰੀ ਵੀ ਕਰਵਾ ਲਈ ਸੀ, ਇੰਤਕਾਲ ਨਹੀਂ ਹੁੰਦਾ ਕਈ ਕਾਰਨਾਂ ਦੇ ਕਰਕੇ, ਜੇਕਰ ਜਨਾਬ ਉਹ ਕਰਵਾ ਦਿਓ ਤਾਂ ਬੜੀ ਵਧੀਆ ਗੱਲ ਆ। ਤੇ ਡੀਸੀ ਸਾਹਿਬ ਹੱਸੇ, ਉਹ ਕਹਿੰਦੇ ਹੈ ਬਸ ਇੰਨਾ ਕੁ ਕੰਮ? ਕਹਿੰਦਾ ਮਹਾਰਾਜ ਸਾਡੇ ਲਈ ਬਹੁਤ ਵੱਡਾ, ਅਸੀਂ ਸਧਾਰਨ ਲੋਕ ਆ, ਅਸੀਂ ਕਿਹੜਾ ਕਹਿਣਾ ਜੀ ਸਾਨੂੰ ਚੇਅਰਮੈਨੀਆਂ ਦੇ ਦਿਓ, ਸਾਨੂੰ ਸਰਪੰਚ ਬਣਾ ਦਿਓ, ਸਾਨੂੰ ਐਸ ਅਹੁਦੇ ਤੇ ਬਹਾ ਦਿਓ, ਸਾਡਾ ਬਸ ਇੰਨਾ ਕੁ ਕੰਮ ਕਰ ਦਿਓ, ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਡੀਸੀ ਸਾਹਿਬ ਵੀ ਖੁਸ਼ ਆ ਵੀ ਯਾਰ ਇਹੋ ਜਿਹੇ ਖੁਦਦਾਰ ਲੋਕ ਵੀ ਪਏ ਆ। ਮੈਨੂੰ ਹੁਣ ਨਾ ਗੱਲ ਚੇਤੇ ਆ ਰਹੀ ਆ, ਪਿਛਲੇ ਦਿਨੀ ਇੱਕ ਨੇਤਾ ਦੇ ਨਾਲ ਮੇਰੀ ਗੱਲਬਾਤ ਹੋਈ, ਮੈਨੂੰ ਉਹ ਕਹਿੰਦਾ ਬਾਈ ਜੀ ਅਸਲ ਦੇ ਵਿੱਚ ਅਸੀਂ ਤਾਂ ਚਲੋ ਮਾੜੇ ਹੈਗੇ ਹੀ ਹੈਗੇ, ਸਾਨੂੰ ਕਹਿੰਦੇ ਸਾਰੇ ਲੋਕ ਵੀ ਬਾਹਲੇ ਚੰਗੇ ਨਹੀਂ, ਇੱਕ ਹਿੱਸਾ ਲੋਕਾਂ ਦਾ ਬਾਹਲਾ ਚੰਗਾ ਨਹੀਂ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਸਾਡੇ ਇੱਥੇ ਆਲੇ ਦੁਆਲੇ ਕਈ ਲੋਕ ਇਹੋ ਜਿਹੇ ਵੀ ਆ ਜਿਹੜੇ ਰਾਸ਼ਨ ਲੈ ਕੇ ਜਾਂਦੇ ਆ, ਸਕਾਰਪੀਓ ਗੱਡੀ 'ਚ ਆਉਂਦੇ ਆ। ਕਹਿੰਦਾ ਉਹਨਾਂ ਦੇ 2-2 ਮੰਜ਼ਲਾ ਕੋਠੀਆਂ ਵੀ ਆ, ਉਹਨਾਂ ਦੇ ਘਰੇ 2-2 3-3 ਜਣੇ ਕਮਾਉਣ ਵਾਲੇ ਵੀ ਆ, ਘਰੇ 2-2 ਟਰੈਕਟਰ ਵੀ ਖੜੇ ਆ, ਪਰ ਜਦੋਂ ਰਾਸ਼ਨ ਦੀ ਗੱਲ ਆਉਂਦੀ ਆ ਉਦੋਂ ਕਹਿੰਦੇ ਵੀ ਅਸੀਂ ਲੈ ਕੇ ਜਾਣਾ। ਮਤਲਬ ਇਹ ਆ ਵੀ ਜਿਹੜੇ ਤਾਂ ਅਸਲ ਲੋੜਵੰਦ ਆ ਉਹਨਾਂ ਨੂੰ ਤਾਂ ਮਿਲੇ ਜੀ, ਸਦਕੇ ਮਿਲੇ, ਪਰ ਜਿਹੜੇ ਲੋਕ ਆਪਦੀ ਜਾਣ ਪਛਾਣ ਕਰਕੇ ਕਾਰਡ ਬਣਾ ਲੈਂਦੇ ਆ ਵੀ ਜੇਕਰ ਸਰਕਾਰੀ ਤੇਲ ਮਿਲਦਾ ਜੁੱਤੀ 'ਚ ਪਵਾ ਲਓ, ਉਹਨਾਂ ਨੂੰ ਮਾੜਾ ਜਿਹਾ ਗੁਰੇਜ਼ ਕਰਨਾ ਚਾਹੀਦਾ। ਖੁਦਦਾਰੀ ਵੀ ਹੁੰਦੀ ਹੈ। ਦੇਖੋ ਗੈਰਤਮੰਦ ਤੇ ਗੈਰਤਬੰਦ ਇਹ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਜਿਨ੍ਹਾਂ ਦੇ ਅੰਦਰ ਗੈਰਤ ਜਿਉਂਦੀ ਜਾਗਦੀ ਹੈ, ਉਹਨਾਂ ਲੋਕਾਂ ਦੀ ਹਮੇਸ਼ਾ ਮਿਸਾਲ ਬਣਦੀ ਹੈ, ਉਹਨਾਂ ਬਾਰੇ ਚ ਹਮੇਸ਼ਾ ਹਰ ਕੋਈ ਗੱਲ ਕਰਦਾ ਹੈ, ਉਹਨਾਂ ਤੋਂ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰਦਾ ਹੈ। ਤੇ ਜਿਨ੍ਹਾਂ ਦੇ ਅੰਦਰ ਗੈਰਤ ਹੀ ਹੈ ਨਹੀਂਗੀ, ਉਹਨਾਂ ਦੀ ਕੋਈ ਗੱਲ ਵੀ ਨਹੀਂ ਕਰਦਾ ਤੇ ਉਹਨਾਂ ਤੋਂ ਕੁਝ ਸਿੱਖਦਾ ਵੀ ਹੈ ਨਹੀਂ ਕੋਈ। ਤੇ ਬਿਲਕੁਲ, ਬਸ ਹੁਣ ਕੀ ਕਹਗੇ ਤੇ ਕੀ ਨਾ ਕਹਗੇ। ਮੈਨੂੰ ਨਾ ਇੱਕ ਪੁਰਾਣੀ ਗੱਲ ਫਿਰ ਚੇਤੇ ਆ ਰਹੀ ਹੈ, ਮੈਂ ਇੱਕ ਵਾਰੀ ਪਹਿਲਾਂ ਵੀ ਸਾਂਝੀ ਕੀਤੀ ਸੀ। ਤੁਸੀਂ ਕਦੇ ਵੀ ਚੋਣਾਂ ਦੇ ਮੌਕੇ ਇਹ ਗੱਲ ਸੁਣੀ ਆ ਕਿ ਫਲਾਣੀ ਪਾਰਟੀ ਦੇ ਸਮਰਥਕ ਫਲਾਣੇ ਬੰਦੇ ਦੇ ਘਰੇ ਦਾਰੂ ਦੀ ਬੋਤਲ ਦੇਣ ਗਏ, ਪਰ ਉਹਨੇ ਕਹਤਾ ਨਾ ਬਾਹਰ ਨਿਕਲੋ, ਸਾਨੂੰ ਨਹੀਂ ਤੁਹਾਡੀ ਦਾਰੂ ਦੀ ਬੋਤਲ ਚਾਹੀਦੀ, ਅਸੀਂ ਤਾਂ ਆਪਦੀ ਮਰਜ਼ੀ ਮੁਤਾਬਕ ਵੋਟ ਪਾਵਾਂਗੇ, ਚੰਗੇ ਨੂੰ ਚੁਣਾਂਗੇ, ਤੁਹਾਡੇ ਕਹੇ ਤੇ ਨਹੀਂ ਚੁਣਨਾ। ਪਰ ਇਹੋ ਜਿਹੀਆਂ ਖਬਰਾਂ ਬਹੁਤ ਆਉਂਦੀਆਂ ਕਿ ਜੀ ਅਸੀਂ ਇੱਕ ਬੋਤਲ ਨਹੀਂ, ਵੋਟਾਂ 6 ਆ, 5 ਲੱਗਣਗੀਆਂ, 500 ਰੁਪਏ 'ਚ ਵੋਟ ਨਹੀਂ, 1500 ਰੁਪਏ 'ਚ ਪਾਵਾਂਗੇ, 2000 ਰੁਪਇਆ ਲੱਗੂਗਾ। ਜਦੋਂ ਅਸੀਂ ਇਉਂ ਵਿਕਦੇ ਆ, ਜਦੋਂ ਖੁਦਦਾਰੀ ਹੈ ਨਹੀਂ, ਜਦੋਂ ਗੈਰਤਮੰਦੀ ਹੈ ਨਹੀਂ, ਜਦੋਂ ਅਣਖੀ ਹੈ ਨਹੀਂ, ਤੇ ਫਿਰ ਅਸੀਂ ਕਿਹੜੇ ਨਰੋਏ ਪੰਜਾਬ ਦੀ ਮੰਗ ਕਰਦੇ ਆ? ਜਿਹੜੇ ਲੋਕ ਗੈਰਤਮੰਦ ਆ, ਚੰਗੇ ਨੂੰ ਚੁਣਦੇ ਆ, ਚੰਗਿਆਂ ਦੀ ਮਦਦ ਕਰਦੇ ਆ,
ਚੰਗਾ ਸੁਣਦੇ ਤੇ ਸੁਣਾਉਂਦੇ ਆ, ਉਹਨਾਂ ਨੂੰ ਸਲਾਮ ਕਰਨੀ ਬਣਦੀ ਆ, ਪਰ ਸਾਰੇ ਲੋਕ ਵੀ ਨਹੀਂ ਇੱਕੋ ਜਿਹੇ। ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਟੈਣਾ ਸਾਹਿਬ, ਅੱਜ ਸੋਸ਼ਲ ਮੀਡੀਆ ਭਰਿਆ ਪਿਆ ਜੀ, ਪੰਜਾਬ ਦੇ ਮੁੱਦੇ ਆ ਨੇ, ਕਿਸੇ ਦਾ ਖਿਆਲ ਨਹੀਂ ਜਾ ਰਿਹਾ ਹੈ। ਸਭ ਤੋਂ ਵੱਡਾ ਸਵਾਲ ਉਹਨਾਂ ਲੋਕਾਂ ਨੂੰ ਕਰਨਾ ਬਣਦਾ ਹੈ ਕਿ ਜਿਹੜੇ ਅੱਜ ਤੁਸੀਂ ਮੁੱਦਿਆਂ ਦੀ ਗੱਲ ਕਰ ਰਹੇ ਹੋ, ਜਦੋਂ ਵੋਟ ਪਾਉਣ ਜਾਂਦੇ ਹੋ, ਕਿ ਉਦੋਂ ਤੁਹਾਨੂੰ ਪੰਜਾਬ ਦੇ ਮੁੱਦੇ ਚੇਤੇ ਹੁੰਦੇ ਨੇ? ਕਿ ਉਦੋਂ ਕਦੀ ਜ਼ਿਹਨ ਦੇ ਵਿੱਚ ਆਇਆ ਉਹ ਟੀ ਕਰਨ ਤੋਂ ਪਹਿਲਾਂ, ਉਹ ਬਟਨ ਦਬਾਉਣ ਤੋਂ ਪਹਿਲਾਂ, ਕਿ ਮੇਰੇ ਪੰਜਾਬ ਦੇ ਵਿੱਚ ਬਿਜਲੀ ਦੇ ਕੱਟ ਵੀ ਲੱਗ ਰਹੇ ਆ, ਬੇਰੋਜ਼ਗਾਰੀ ਵੀ ਹੈ, ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ, ਜਿਹੜੇ ਪੜ੍ਹੇ ਲਿਖੇ ਨੇ ਉਹ ਇੱਦਾਂ ਹੀ ਤੁਰੇ ਫਿਰਦੇ ਨੇ, ਕਿ ਅਸੀਂ ਕਦੀ ਉਦੋਂ ਜ਼ਿਹਨ ਦੇ ਵਿੱਚ ਇਹ ਗੱਲਾਂ ਬਿਠਾਈਆਂ? ਸੋਸ਼ਲ ਮੀਡੀਆ ਤੇ ਜੋ ਮਰਜ਼ੀ ਲਿਖੀ ਜਾਈਏ, ਅਸਲ 'ਚ ਫੈਸਲੇ ਦਾ ਦਿਨ ਉਹ ਹੁੰਦਾ ਹੈ ਜਿੱਦਣ ਅਸੀਂ ਵੋਟ ਪਾਉਣ ਜਾਂਦੇ ਆ, ਤੇ ਜੇ ਉਹ ਸੋਚ ਕੇ ਫੈਸਲਾ ਲੈ ਲਿਆ ਜਾਏ ਤਾਂ ਪੰਜਾਬ ਦਾ ਫੈਸਲਾ ਬਹੁਤ ਸੋਹਣਾ ਹੋ ਜਾਊਗਾ। ਬਿਲਕੁਲ ਸਹੀ। ਟਾਣਾ ਸਾਹਿਬ ਢੋਲ ਵੱਜ ਰਹੇ ਨੇ, ਹਾਂ, ਲੱਡੂ ਵੰਡੇ ਜਾ ਰਹੇ ਨੇ, ਭੰਗੜੇ ਪੈ ਰਹੇ ਨੇ, ਕਹਿੰਦੇ ਖੁਸ਼ੀਆਂ ਬਹੁਤ ਆ ਗਈਆਂ। ਦੇਖੋ, ਖੁਸ਼ੀ ਮਨਾਉਣੀ ਚਾਹੀਦੀ ਜਾਵੇ ਤਾਂ। ਨਹੀਂ ਇੰਨੀ ਨਹੀਂ, ਖੁਸ਼ੀ ਤਾਂ ਸਾਡੇ ਪੰਜਾਬੀਆਂ ਜੀ ਦੇ ਵੱਲੋਂ ਮਨਾਉਣ ਦਾ ਬਹਾਨਾ ਚਾਹੀਦਾ। ਹਾਂ, ਅਸੀਂ ਤਾਂ ਕਿਸੇ ਵੀ ਥਾਂ ਤੇ ਖੁਸ਼ੀ ਮਨਾ ਲੈਂਦੇ ਆ ਜੀ। ਬਸ ਮਾੜੀ ਜੀ ਖੁਸ਼ੀ ਦਾ ਬੁੱਲਾ ਆਵੇ, ਅਸੀਂ ਉਦੋਂ ਹੀ ਕਹਿ ਦਿੰਦੇ ਵੀ ਕਮਾਲਾਂ ਹੋ ਗਈਆਂ, ਚੱਕ ਲੋ ਢੋਲ। ਨਹੀਂ ਠੀਕ ਹੈ, ਢੋਲ ਚੱਕਣਾ ਚਾਹੀਦਾ, ਖੁਸ਼ੀ ਮਨਾਉਣੀ ਚਾਹੀਦੀ ਹੈ, ਪਰ ਇਹ ਥੋੜੀ ਵੀ ਅਸੀਂ ਕਿਸੇ ਦੇ ਕਰਕੇ ਐਵੇਂ ਖੁਸ਼ ਹੋਈ ਜਾਈਏ, ਅਸੀਂ ਮਤਲਬ ਬਿਨਾਂ ਕੁਝ ਸੋਚੇ ਸਮਝੇ ਪਹਿਲੇ ਹੀ ਫੈਸਲੇ ਲੈ ਲਈਏ ਵੀ ਲੈ ਬਈ ਆਹ ਕੰਮ ਹੋ ਗਿਆ, ਹੁਣ ਤਾਂ ਸਭ ਕੁਝ ਚੰਗਾ 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 ਠੀਕ ਹੀ ਹੋਊਗਾ। ਤੁਹਾਨੂੰ ਲੱਗਦਾ ਹੈ ਕਿ ਉਹ ਖੁਸ਼ੀ ਵਾਜਬ ਹੁੰਦੀ ਹੈ? ਇੱਕ ਲਹਿਰ ਹੁੰਦੀ ਆ ਜੀ, ਪੰਜਾਬੀ ਲਹਿਰ ਬਣਾਉਂਦੇ ਵੀ ਬਹੁਤ ਛੇਤੀ ਆ ਤੇ ਭੜਕਾਉਂਦੇ ਵੀ ਬਹੁਤ ਛੇਤੀ ਆ। ਲਹਿਰ ਬਣਾਉਣ ਤੇ ਆ ਜਾਣ ਤਾਂ ਕਿਸੇ ਨੂੰ ਵੀ ਐ ਚੜਾ ਦੇਣਗੇ, ਤੇ ਲਾਉਣ ਤੇ ਆਉਣ ਤਾਂ ਕਿਸੇ ਨੂੰ ਵੀ ਐਵੇਂ ਲਾ ਲੈਣਗੇ। ਸੋ ਆਪਣੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਲੋਕ ਵੀ ਆ ਜਿਹੜੇ ਇੱਕ ਪਾਸੇ ਨਹੀਂ ਖੜਦੇ, ਜਿਹੜੇ ਇਹ ਆ ਵੀ ਯਾਰ ਸਰਕਾਰ ਕਿਹਦੀ ਬਣੂ, ਫਲਾਣੇ ਦੀ ਪੱਕਾ ਬਣੂਗੀ, ਦੂਜੇ ਨੇ ਕਹਿੰਦਾ ਇਹ ਨਹੀਂ ਬਣਨੀ। ਗੱਲ ਤੇਰੀ ਸਹੀ ਆ, ਇਹ ਨਹੀਂ ਬਣਦੀ, ਇਹ ਨਹੀਂ ਬਣਦੀ। ਗੱਲ ਸਹੀ ਹੈ, ਪਰ ਇਸ ਵੇਲੇ ਕਹਿੰਦੇ ਆ ਵੀ ਪੰਜਾਬੀਆਂ ਦਾ ਇੱਕ ਹਿੱਸਾ ਬਹੁਤ ਜ਼ਿਆਦਾ ਖੁਸ਼ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਗਏ ਕਾਂਗਰਸ ਦੇ। ਬਹੁਤ ਵਧੀਆ ਗੱਲ ਹੈ ਜੀ। ਦੇਖੋ, ਪ੍ਰਧਾਨਗੀ ਦੀਆਂ ਉਹਨਾਂ ਨੂੰ ਮੁਬਾਰਕਾਂ। ਪਰ ਗੱਲ ਇਹ ਹੈ ਵੀ ਪ੍ਰਧਾਨਗੀ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਮਸਲੇ ਸ਼ੁਰੂ ਹੁੰਦੇ ਇੱਥੋਂ ਜੀ। ਕਿਉਂਕਿ ਇਸ ਵਕਤ ਕਾਂਗਰਸ ਦੇ ਕਾਟੋ ਕਲੇਸ਼ ਦੀ ਗੱਲ ਚੱਲਦੀ ਆ, ਪਰ ਇਹਦੇ ਵਿੱਚ ਜਾਣ ਤੋਂ ਪਹਿਲਾਂ ਮੈਂ ਇਹ ਗੱਲ ਦੱਸ ਦਿੰਦਾ ਵੀ ਪ੍ਰਧਾਨ ਜਾਖੜ ਸਾਹਿਬ ਹੀ ਰਹਿੰਦੇ ਜਾਂ ਸਿੱਧੂ ਸਾਹਿਬ ਬਣ ਗਏ ਆ ਜਾਂ ਕੋਈ ਹੋਰ ਬਣ ਜਾਂਦਾ, ਇਹ ਦੱਸ ਦਿਓ ਵੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਕਿਹੜਾ ਮੁੱਦਾ ਹੱਲ ਹੁੰਦਾ? 4.5 ਸਾਲ ਹੋ ਗਏ ਇਸੇ ਕਾਂਗਰਸ ਨੂੰ ਸੱਤਾ ਵਿੱਚ ਆਇਆ। ਇਹ ਚਾਹੁੰਦੇ ਜੀ ਕਿ 2022 ਦੇ ਵਿੱਚ ਵੀ ਸਾਡੀ ਹੀ ਸਰਕਾਰ ਆਵੇ। ਜੇ ਤੁਸੀਂ 4.5 ਸਾਲ ਤੋਂ ਸੰਤੁਸ਼ਟ ਹੋ ਫਿਰ ਭਾਈ ਅੱਗੇ ਵੀ ਆਉਣੀ ਚਾਹੀਦੀ ਹੈ, ਨਹੀਂ ਸੰਤੁਸ਼ਟ ਤੇ ਫਿਰ ਆਪਾਂ ਨੂੰ ਚਾਹ ਕਿਹੜੀ ਗੱਲ ਦਾ? ਸੋ ਇਹ ਤਾਂ ਲੋਕਾਂ ਦੇ ਸੋਚਣ ਵਾਲੀ ਗੱਲ ਆ। ਪਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਪੂਰਾ ਤਾਣ ਲਾਇਆ ਗਿਆ, ਉਹ ਪ੍ਰਧਾਨਗੀ ਲੈਣ 'ਚ ਕਾਮਯਾਬ ਹੋ ਗਏ। ਪਰ ਇਸ ਵਕਤ ਬਹੁਤ ਸਾਰੀਆਂ ਕਰਵਟਾਂ ਬਦਲ ਰਹੀ ਹੈ ਰਾਜਨੀਤੀ ਪੰਜਾਬ ਦੇ ਵਿੱਚ। ਕਾਂਗਰਸ ਅੰਦਰਲਾ ਕਾਟੋ ਕਲੇਸ਼ ਨਾ ਤਾਂ ਮੁੱਕਿਆ, ਨਾ ਆਉਂਦੇ ਸਮੇਂ 'ਚ ਮੈਨੂੰ ਲੱਗਦਾ ਮੁੱਕਣ ਦੀ ਆਸ ਆ, ਕਿਉਂਕਿ ਜਿਸ ਤਰੀਕੇ ਦੇ ਨਾਲ ਕੈਪਟਨ ਧੜਾ ਇੱਕ ਪਾਸੇ ਹੋ ਗਿਆ, ਸਿੱਧੂ ਸਾਹਿਬ ਦੇ ਨਾਲ ਹੋਰ ਬੰਦੇ ਹੋ ਗਏ ਆ, ਇਹ ਲੱਗਦਾ ਨਹੀਂ ਵੀ ਵਿਚਕਾਰੋਂ ਗੱਲ ਖਤਮ ਹੋਊਗੀ। ਜੇਕਰ ਪੰਜਾਬ ਦੇ ਵਿੱਚ ਸਹੀ ਤਰੀਕੇ ਨਾਲ ਕੰਮ ਕਰਨਾ ਹੋਵੇ ਤਾਂ ਮੁੱਖ ਮੰਤਰੀ ਤੇ ਸੂਬੇ ਦੇ ਪ੍ਰਧਾਨ ਦੀ ਆਪਸ 'ਚ ਸੁਰ ਰਲਣੀ ਬਹੁਤ ਜ਼ਰੂਰੀ ਹੈ। ਬਿਲਕੁਲ ਸਹੀ ਗੱਲ ਹੈ। ਹੁਣ ਮੰਨ ਲਓ ਕੱਲ ਨੂੰ ਨਵਜੋਤ ਸਿੱਧੂ ਇਹ ਗੱਲ ਕਹਿਣ ਜੀ ਕਿ ਜਲੰਧਰ ਤੋਂ ਮੈਂ ਫਲਾਣਾ ਪ੍ਰਧਾਨ ਲਾਉਣਾ, ਮੈਂ ਫਰੀਦਕੋਟ ਤੋਂ ਫਲਾਣਾ ਲਾਉਣਾ, ਕਪੂਰਥਲੇ ਤੋਂ ਫਲਾਣਾ ਲਾਉਣਾ, ਤੇ ਕੈਪਟਨ ਸਾਹਿਬ ਕਹਿੰਦੇ ਨਾ ਇਹ ਨਹੀਂ ਲੱਗਣਾ, ਤੇ ਰੌਲਾ ਫੇਰ ਉੱਥੇ ਟਿਕਟਾਂ ਦੀ ਵੰਡ ਵੇਲੇ ਰੌਲਾ ਫੇਰ ਉੱਥੇ। ਰੌਲਾ ਤਾਂ ਹੱਲੇ ਨਾਲੇ ਵੈਸੇ ਵੀ ਪਿਆ ਹੋਇਆ ਟਾਣਾ ਸਾਹਿਬ, ਕਿਉਂਕਿ ਕੈਪਟਨ ਸਾਹਿਬ ਨੇ ਕਿਹਾ ਕਿ ਜਨਤਕ ਤੌਰ ਤੇ ਮਾਫੀ ਮੰਗੇ ਸਿੱਧੂ, ਹੈ ਨਾ। ਸੋ ਗੱਲ ਇਹ ਹੈ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਕਾਟੋ ਕਲੇਸ਼ ਪੂਰੀ ਤਰ੍ਹਾਂ ਦੇ ਨਾਲ ਮੁੱਕ ਗਿਆ, ਪਰ ਸਭ ਤੋਂ ਵੱਡਾ ਸਵਾਲ ਤਾਂ ਇੱਥੇ ਇਹ ਵੀ ਖੜਾ ਹੁੰਦਾ ਨਾ ਵੀ ਚਲੋ ਕੁਰਸੀ ਜਿਹੜੀ ਮਿਲਣੀ ਸੀ ਉਹ ਮਿਲ ਗਈ, ਪਰ ਕੁਝ ਇੱਕ ਸਵਾਲ ਜ਼ਹਿਨ 'ਚ ਆਉਂਦੇ ਨੇ ਵੀ ਸਿੱਧੂ ਸਾਹਿਬ ਤਾਂ ਕਹਿੰਦੇ ਸੀ ਅਹੁਦੇ ਦੀ ਕੋਈ ਭੁੱਖ ਨਹੀਂ, ਤੇ ਫਿਰ ਇੰਨੀ ਖੁਸ਼ੀ ਕਿਸ ਚੀਜ਼ ਦੀ ਹੈ ਕੁਰਸੀ ਮਿਲਣ ਦੀ? ਦੂਸਰੀ ਚੀਜ਼ ਇਹ ਕਿ ਹੁਣ ਤੱਕ ਆਪਣੀ ਹੀ ਸਰਕਾਰ ਦੇ ਉੱਪਰ ਬਹੁਤ ਸਾਰੇ ਸਵਾਲ ਖੜੇ ਕਰਦੇ ਰਹੇ ਨੇ ਨਵਜੋਤ ਸਿੰਘ ਸਿੱਧੂ, ਚਾਹੇ ਉਹ ਬੇਅਦਬੀ ਦਾ ਮਾਮਲਾ ਹੋਵੇ, ਚਾਹੇ ਉਹ ਕੋਟਕਪੂਰਾ ਗੋਲੀकांड ਦਾ ਮਾਮਲਾ ਹੋਵੇ, ਚਾਹੇ ਉਹ ਹੋਰ ਕਈ ਸਾਰੇ ਮੁੱਦੇ ਨੇ ਪੰਜਾਬ ਦੇ, ਉਹਨਾਂ ਸਾਰਿਆਂ ਦੀ ਗੱਲ ਸਿੱਧੂ ਸਾਹਿਬ ਕਰਦੇ ਰਹੇ ਨੇ ਸ਼ੇਰੋ ਸ਼ਾਇਰੀ ਦੇ ਅੰਦਾਜ਼ ਦੇ ਵਿੱਚ, ਟਵਿੱਟਰ ਦੇ ਜ਼ਰੀਏ ਸ਼ਰੇਆਮ ਬੋਲ ਕੇ। ਕਿ ਹੁਣ ਜੇ ਉਹਨਾਂ ਨੂੰ ਇਹ ਅਹੁਦਾ ਮਿਲ ਗਿਆ ਤੇ ਹੁਣ ਵੀ ਇਸੇ ਤਰੀਕੇ ਨਾਲ ਬਾਤ ਪਾਉਂਦੇ ਰਹਿਣਗੇ? ਬਿਲਕੁਲ ਜੀ। ਸਭ ਤੋਂ ਵੱਡਾ ਧਿਆਨ ਇਸੇ ਗੱਲ ਦੇ ਉੱਤੇ ਕੇਂਦਰਿਤ ਕਰਨ ਦੀ ਲੋੜ ਆ ਕਿ ਕੀ ਸਿੱਧੂ ਸਾਹਿਬ ਹੁਣ ਵੀ ਇਹ ਗੱਲ ਕਹਿਣਗੇ ਕਿ ਰੇਤ ਮਾਫੀਆ ਉਵੇਂ ਚੱਲ ਰਿਹਾ? ਕੀ ਹੁਣ ਵੀ ਇਹ ਗੱਲ ਕਹਿਣਗੇ ਕਿ ਬੇਅਦਬੀ ਮਾਮਲੇ 'ਚ ਸਾਡੀ ਸਰਕਾਰ ਨੇ ਕੱਖ ਨਹੀਂ ਕੀਤਾ? ਕੀ ਹੁਣ ਵੀ ਇਹ ਗੱਲ ਕਹਿਣਗੇ ਵੀ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਵਧੀ ਹੈ, ਨਸ਼ੇ ਖਤਮ ਨਹੀਂ ਹੋਏ? ਜੇ ਤਾਂ ਸਿੱਧੂ ਸਾਹਿਬ ਹੁਣ ਵੀ ਇਹ ਗੱਲ ਕਹਿਣਗੇ ਫਿਰ ਤਾਂ ਇਹ ਗੱਲ ਲੋਕਾਂ ਦੇ ਦਿਲੋਂ ਦਿਮਾਗ ਦੇ ਵਿੱਚ ਜਾਊਗੀ ਵੀ ਬੰਦੇ ਨੂੰ ਕੋਈ ਕੁਰਸੀ ਕਰਸੀ ਦੀ ਗੱਲ ਨਹੀਂ ਗੀ, ਬੰਦਾ ਨਿਰਪੱਖ ਆ। ਪਰ ਜੇਕਰ ਹੁਣ ਉਹ ਇਹਨਾਂ ਮੁੱਦਿਆਂ ਦੇ ਉੱਤੇ ਚੁੱਪ ਕਰ ਗਏ ਤਾਂ ਫਿਰ ਲੋਕਾਂ ਦੇ ਮਨ ਵਿੱਚ ਸਵਾਲ ਜ਼ਰੂਰ ਉੱਠੂਗਾ ਵੀ ਅੱਛਾ ਤੁਸੀਂ ਕਹਿੰਦੇ ਸੀ ਵੀ ਰੁਤਬਿਆਂ ਦੀ ਭੁੱਖ ਨਹੀਂ, ਤੇ ਹੁਣ ਤੁਸੀਂ ਚੁੱਪ ਕਰ ਗਏ, ਰੁਤਬਾ ਮਿਲ ਗਿਆ। ਗੱਲ ਕੀ ਆ? ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਦਾ ਇੱਕ ਬਿਆਨ ਆਇਆ, ਉਹ ਬਹੁਤ ਕੁਝ ਦੱਸਣ ਦੇ ਵਿੱਚ ਸਹਾਈ ਹੁੰਦਾ। ਉਹ ਕਹਿੰਦੇ ਵੀ ਜਿਵੇਂ ਕੈਪਟਨ ਸਾਹਿਬ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਨੂੰ ਭੁੱਲ ਗਏ, ਉਵੇਂ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਟਵੀਟਾਂ ਨੂੰ ਵੀ ਭੁੱਲ ਜਾਣ।
ਅੱਛਾ ਜੀ। ਕਿਉਂਕਿ ਬਾਜਵਾ ਸਾਹਿਬ ਦੀ ਕੁਰਸੀ ਅੱਜ ਕੱਲ ਕੈਪਟਨ ਦੇ ਨਾਲ ਡਹਿਣ ਲੱਗ ਪਈ ਹੈ। ਇਸ ਕਰਕੇ ਗੱਲਾਂ ਬਹੁਤ ਸਾਰੀਆਂ ਆਉਂਦੇ ਸਮੇਂ ਦੇ ਵਿੱਚ ਮਾਝੇ ਦੀ ਰਾਜਨੀਤੀ ਦੇ ਵਿੱਚ ਵੱਡਾ ਪਟਾਕਾ ਪੈਣ ਵਾਲਾ ਜੀ। ਦੇਖਦੇ ਆ ਫਿਰ ਇਹ ਆਉਣ ਵਾਲਾ ਸਮਾਂ ਕਿਹੋ ਜਿਹੇ ਰੰਗ ਲੈ ਕੇ ਆਉਂਦਾ ਹੈ। ਟਾਣਾ ਸਾਹਿਬ, ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਜੋ ਕੁਝ ਹੋਇਆ, ਮੈਂ ਚਾਹੁੰਦੀ ਆ ਵੀ ਹੁਣ ਉਹਦੇ ਬਾਰੇ 'ਚ ਵੀ ਆਪਾਂ ਗੱਲ ਕਰ ਲਈਏ। ਮੈਨੂੰ ਦੁੱਖ ਹੋਇਆ ਇਸ ਗੱਲ ਦਾ ਕਿ ਪੁਲਿਸ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਤੇ ਤਸੱਲੀ ਹੋਈ ਇਸ ਗੱਲ ਦੀ ਵੀ ਨਿੱਕੇ ਬੱਚੇ ਵੀ ਨਾ ਇਸ ਵਕਤ ਸਰਕਾਰ ਦੇ ਨਾਲ ਹਿੱਕ ਡਾਹ ਕੇ ਲੜ ਰਹੇ ਆ। ਬਿਲਕੁਲ ਸਹੀ। ਸਾਰਿਆਂ ਨੇ ਉਹ ਵੀਡੀਓ ਦੇਖੀ ਹੋਣੀ ਆ ਤੇ ਮੇਰਾ ਖਿਆਲ ਹੈ ਵੀ ਦੇਖ ਕੇ ਭਾਵੁਕ ਵੀ ਹੋਏ ਹੋਣੇ ਆ। ਅਭਿਜੋਤ ਸਿੰਘ ਨਾਂ ਦਾ ਇੱਕ ਬੱਚਾ ਜਿਹੜਾ 12 ਸਾਲ ਦਾ, ਜਿਹੜਾ ਬਹੁਤ ਸੋਹਣਾ ਬੋਲਦਾ ਤੇ ਕਮਾਲ ਦਾ ਜਜ਼ਬਾ ਪੇਸ਼ ਕਰਦਾ, ਜਦੋਂ ਉਹਨੂੰ ਫੜ ਕੇ ਪੁਲਿਸ ਨੇ ਆਪਣੀ ਗੱਡੀ ਦੇ ਵਿੱਚ ਬਿਠਾ ਲਿਆ, ਉਸ ਤੋਂ ਬਾਅਦ ਉਹਨੇ ਪੱਤਰਕਾਰਾਂ ਨਾਲ ਜਿਹੜੀ ਗੱਲ ਕੀਤੀ ਆ ਨਾ ਕਿ ਜੇਕਰ ਮੈਂ ਮਰ ਵੀ ਗਿਆ ਇਸ ਅੰਦੋਲਨ ਦੇ ਵਿੱਚ ਤਾਂ ਮੇਰੀ ਲਾਸ਼ ਨੂੰ ਤੁਸੀਂ ਸਿੰਘੂ ਬਾਰਡਰ ਦੇ ਉੱਤੇ ਰੱਖ ਦਿਓ ਤੇ ਮੇਰੀ ਲਾਸ਼ ਨੂੰ ਕੋਈ ਲੈਣ ਵਾਸਤੇ ਨਾ ਕਿਸਾਨ ਨੇਤਾ ਆ ਜੇ। ਹੁਣ ਜਦੋਂ 12 ਸਾਲ ਦੇ ਨਿਆਣਿਆਂ ਦੇ ਵਿੱਚ ਇਹੋ ਜਿਹਾ ਜਜ਼ਬਾ ਹੋਊਗਾ ਤੇ ਫਿਰ ਤਾਂ ਉਹਨਾਂ ਨੂੰ ਤੇ ਜਿਹੜੇ ਬਜ਼ੁਰਗ 80 ਸਾਲ ਦੇ ਹੋਣ ਦੇ ਬਾਵਜੂਦ ਘਰਾਂ ਦੇ ਵਿੱਚ ਗਏ ਹੀ ਨਹੀਂ 8 ਮਹੀਨਿਆਂ ਤੋਂ, ਉਹਨਾਂ ਨੂੰ ਸਲਾਮ ਕਰਨੀ ਬਣਦੀ। ਬਾਕੀ ਤਾਂ ਸਾਰੇ ਬਹੁਤ ਬਿਜ਼ੀ ਆ, ਬਾਕੀ ਤਾਂ ਬੜੇ ਰੁਝੇਵੇਂ ਦੇ ਵਿੱਚ ਆ। ਮੈਂ ਤਾਂ ਕਦੇ ਸੋਚਦਾ ਹੁੰਨਾ ਵੀ ਕਈ ਜਿਹੜੇ ਆਪੇ ਬਣੇ ਅਗਵਾਈ ਕਰਨ ਵਾਲੇ ਨੌਜਵਾਨਾਂ ਦੀ ਤੇ ਕਈ ਜਿਹੜੇ ਵੱਡੇ ਗਾਇਕ ਬਣੇ ਜਿਹੜੇ ਕਹਿੰਦੇ ਵੀ ਸਾਡੇ ਪਿੱਛੇ ਬਹੁਤ ਵੱਡਾ ਯੂਥ ਲੱਗਾ, ਸਾਡੇ ਪਿੱਛੇ ਬਹੁਤ ਵੱਡੇ ਪ੍ਰਸ਼ੰਸਕ ਹੈਗੇ ਆ, ਉਹ ਕਹਿਣ ਨਾ ਵੀ ਸਾਡੇ ਪ੍ਰਸ਼ੰਸਕਾਂ ਦਾ 5% ਹਿੱਸਾ ਬਾਰਡਰ ਤੇ ਪਹੁੰਚ ਜੋ, ਫਿਰ ਉਹਨਾਂ ਨੂੰ ਪਹੁੰਚਣਾ ਵੀ ਚਾਹੀਦਾ। ਮੈਨੂੰ ਇੱਕ ਬੰਦਾ ਕਹਿੰਦਾ ਜੀ ਕਿ ਦੇਖੋ ਫਲਾਣਿਆਂ ਦੇ ਫੈਨ ਬਹੁਤ ਆ, ਉਹਦੇ ਤਾਂ ਫੈਨ ਬੜੇ ਆ। ਮੈਂ ਕਿਹਾ ਜੀ ਫੈਨ ਤਾਂ ਪ੍ਰਧਾਨ ਮੰਤਰੀ ਦੇ ਵੀ ਬਹੁਤ ਆ, ਪਰ ਕਰੇ ਉਹਨੇ ਰਵੀਸ਼ ਕੁਮਾਰ ਦੇ ਨਾਲ ਇੰਟਰਵਿਊ ਕਿਉਂ ਨਹੀਂ ਕੀਤੀ? ਹਾਂ, ਕੀ ਬਾਤ ਹੈ ਜੀ, ਹਿੰਮਤ ਹੋਣੀ ਚਾਹੀਦੀ ਹੈ। ਗੱਲ ਇਹ ਹੈ ਟਾਣਾ ਸਾਹਿਬ ਕਿ ਸਭ ਤੋਂ ਵੱਡੀ ਸ਼ਾਬਾਸ਼ ਅਭਿਜੋਤ ਦੇ ਮਾਪਿਆਂ ਨੂੰ ਦੇਣੀ ਬਣਦੀ, ਜਿਨ੍ਹਾਂ ਨੇ ਆਪਣੇ ਬੱਚੇ ਨੂੰ ਇੰਨਾ ਕੁ ਕਹਿ ਲੋ ਵੀ ਸਮਝਾਇਆ, ਇੰਨਾ ਕੁ ਉਹਨੂੰ ਇਸ ਬਾਰੇ ਚ ਗਿਆਨ ਦਿੱਤਾ ਕਿ ਕੀ ਸਾਡੇ ਹੱਕ ਨੇ, ਕਿਵੇਂ ਉਹਨਾਂ ਦੇ ਲਈ ਬੋਲਣਾ ਚਾਹੀਦਾ ਹੈ ਤੇ ਕਿਵੇਂ ਉਹਨਾਂ ਦੇ ਬਾਰੇ ਚ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਜੇਕਰ ਮਾਪੇ ਆਪਣੇ ਬੱਚੇ ਨੂੰ ਇਸ ਰਾਹ ਦੇ ਉੱਪਰ ਨਾ ਤੋਰਦੇ ਤੇ ਇਹ ਬੱਚਾ ਵੀ ਕੋਈ ਨਾ ਕੋਈ ਮਤਲਬ ਹੋਰ ਕੰਮਾਂ ਦੇ ਵਿੱਚ ਰੁੱਝਿਆ ਹੁੰਦਾ, ਕਿਤੇ ਵੀਡੀਓ ਗੇਮ ਖੇਡ ਰਿਹਾ ਹੁੰਦਾ, ਕਿਤੇ ਮੋਬਾਈਲ ਤੇ ਖੇਡਾਂ ਖੇਡ ਰਿਹਾ ਹੁੰਦਾ, ਹਨਾ। ਪਰ ਉਹਨਾਂ ਨੇ ਆਪਣੇ ਬੱਚੇ ਵੱਲ ਖਿਆਲ ਕੀਤਾ, ਉਹਨੂੰ ਜੋ ਦੁਨੀਆ ਦੀ ਹਕੀਕਤ ਹੈ ਉਹਦੇ ਬਾਰੇ ਚ ਦੱਸਿਆ। ਸੋ ਇਹਦੇ ਲਈ ਸ਼ਾਬਾਸ਼ ਤਾਂ ਮਾਪਿਆਂ ਨੂੰ ਦੇਣੀ ਬਣਦੀ ਹੈ। ਬਿਲਕੁਲ ਜੀ, ਜਿਹੜੇ ਮਾਪੇ ਆਪਦੇ ਨਿਆਣਿਆਂ ਨੂੰ ਚੰਗੀ ਜਾਗ ਲਾਉਂਦੇ ਆ, ਕ੍ਰਾਂਤੀ ਦੀ ਜਾਗ ਲਾਉਂਦੇ ਹੁਣੇ ਤੋਂ, ਇਹਨਾਂ ਬੱਚਿਆਂ ਨੇ ਹੀ ਵੱਡੇ ਹੋ ਕੇ ਕੁਝ ਕਰਨਾ। ਸੋ ਜਿਹੜੀ ਤੁਸੀਂ ਚੰਡੀਗੜ੍ਹ ਤੋਂ ਗੱਲ ਸ਼ੁਰੂ ਕੀਤੀ ਸੀ, ਉੱਥੇ ਕਿਸਾਨਾਂ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਗਿਆ, ਕਿਸਾਨਾਂ ਵਿੱਚੋਂ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ, ਬੱਚਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪਰ ਸਿਰੜੀ ਕਿਸਾਨ ਆ, ਉਹ ਕਹਿੰਦੇ ਵੀ ਜਾਂ ਤਾਂ ਅਸੀਂ ਮਰ ਜਾਾਂਗੇ ਤੇ ਜਾਂ ਫਿਰ ਅਸੀਂ ਜਿੱਤ ਜਾਾਂਗੇ, ਇਸ ਤੋਂ ਬਿਨਾਂ ਹੱਲ ਕੋਈ ਨਹੀਂਗਾ। ਬਾਰਡਰਾਂ ਦੇ ਉੱਤੇ ਵੀ ਇਕੱਠ ਪੂਰਾ ਹੈਗਾ। ਲਗਾਤਾਰ ਹੁਣ ਕਿਸਾਨ ਆ ਜਿਹੜੇ ਉਹ ਪਾਰਲੀਮੈਂਟ ਨੂੰ ਘੇਰਾ ਪਾਉਣ ਦੇ ਲਈ, ਯਾਨੀ ਕਿ ਪਾਰਲੀਮੈਂਟ ਦੇ ਮੂਹਰੇ ਪ੍ਰਦਰਸ਼ਨ ਕਰਨ ਦੇ ਲਈ ਤਿਆਰ ਆ। ਸੋ ਜਿਹੜੇ ਕਿਸਾਨ ਡਟੇ ਬੈਠੇ ਆ ਨਾ, ਉਹਨਾਂ ਨੂੰ ਸੱਚੀ ਮੁੱਚੀ ਸਲਾਮ ਕਰਨੀ ਬਣਦੀ ਆ। ਮੈਂ ਨਾ ਪਿਛਲੇ ਦਿਨੀ ਕਿਉਂਕਿ ਕੰਵਰ ਗਰੇਵਾਲ, ਹਰਫ ਚੀਮਾ ਤੇ ਕੁਝ ਹੋਰ ਕਲਾਕਾਰਾਂ ਨੇ ਨਾ ਬਾਰਡਰਾਂ ਦੇ ਉੱਤੇ ਪ੍ਰੋਗਰਾਮ ਪੇਸ਼ ਕੀਤੇ ਆ। ਕੰਵਰ ਗਰੇਵਾਲ ਨੇ ਇੱਕ ਮਾਤਾ ਨੂੰ ਮੰਚ ਦੇ ਉੱਤੇ ਸੱਦ ਲਿਆ ਤੇ ਉਸ ਮਾਤਾ ਨੇ ਜਿਹੜੀਆਂ ਗੱਲਾਂ ਕਹੀਆਂ, ਜੇਕਰ ਗੈਰਤਮੰਦ ਪੰਜਾਬੀ ਹਾਂ ਤਾਂ ਫਿਰ ਉਹ ਧਿਆਨ ਦੇ ਨਾਲ ਸੁਣਨ ਵਾਲੀਆਂ, ਤੇ ਜੇਕਰ ਹੈਗੇ ਬਸ ਕੰਪਿਊਟਰ ਦੇ ਉੱਤੇ ਜਾਂ ਮੋਬਾਈਲ ਦੇ ਉੱਤੇ ਟਿਕ ਕਰਨ ਵਾਲੇ, ਤੇ ਫਿਰ ਤੁਹਾਡਾ ਪੰਜਾਬ ਦੇ ਨਾਲ ਵੀ ਕੋਈ ਵਾਸਤਾ ਨਹੀਂ ਤੇ ਕਿਸਾਨ ਡੁੱਬਣ ਜਾਂ ਤਰਨ ਆਪਾਂ ਕੀ ਲੈਣਾ। ਬਿਲਕੁਲ। ਉਸ ਮਾਤਾ ਨੇ ਕਿਹਾ ਕਿ ਨਹੀਂ ਪੁੱਤ, ਗੱਲ ਇਹ ਆ ਵੀ ਮੇਰੇ ਇੱਕ ਸਿਆੜ ਵੀ, ਇੱਕ ਓਰਾ, ਇੱਕ ਮਰਲਾ ਜ਼ਮੀਨ ਹੈ ਨਹੀਂ, ਪਰ ਮੈਂ 8 ਮਹੀਨਿਆਂ ਤੋਂ ਇੱਥੇ ਬੈਠੀ ਆ। ਕੀ ਬਾਤ। ਤੇ ਆ ਸਾਰੇ ਮੇਰੇ ਧੀਆਂ ਪੁੱਤ ਆ। ਵਾਹ ਵਾਹ। ਇਹ ਮੈਨੂੰ ਰੋਟੀ ਦਿੰਦੇ ਆ, ਮੈਂ ਇਹਨਾਂ ਦੇ ਲਈ ਕੰਮ ਕਰਦੀ ਆ ਤੇ ਅਸੀਂ ਇੱਕ ਦੂਜੇ ਲਈ ਕੰਮ ਕਰਦੇ, ਮੇਰੇ ਧੀਆਂ ਪੁੱਤ ਆ। ਤੇ ਉਹ ਗੱਲਾਂ ਸੁਣ ਕੇ ਮੈਂ ਤਾਂ ਭਾਵੁਕ ਹੋ ਗਿਆ ਵੀ ਯਾਰ ਇਹੋ ਜਿਹੇ ਵੀ ਲੋਕ ਹੈਗੇ ਆ, ਇਹੋ ਜਿਹੀਆਂ ਮਾਵਾਂ ਵੀ ਆ ਸਾਡੀਆਂ। ਬਿਲਕੁਲ। ਟਾਣਾ ਸਾਹਿਬ, ਤੁਹਾਨੂੰ ਚੇਤੇ ਹੈ ਜਦੋਂ ਆਪਾਂ ਉੱਥੇ ਗਏ ਸੀ ਤੇ ਉਦੋਂ ਇੱਕ ਮਾਤਾ ਜੀ ਆਪਾਂ ਨੂੰ ਮਿਲੇ ਸੀ ਜਿਨ੍ਹਾਂ ਦੀ ਲੱਤ ਜਿਹੜੀ ਹੈ ਉਹ ਟੁੱਟ ਗਈ ਸੀ, ਕਿਉਂਕਿ ਜਿਸ ਵੇਲੇ ਕਿਸਾਨ ਕੂਚ ਕਰ ਰਹੇ ਸੀ ਦਿੱਲੀ ਦੇ ਬਾਰਡਰਾਂ ਵੱਲ ਨੂੰ ਨਵੰਬਰ ਦੇ ਵਿੱਚ, ਉਸ ਵੇਲੇ ਪੁਲਿਸ ਨੇ ਡਾਂਗ ਮਾਰੀ ਸੀ ਤੇ ਉਹਨਾਂ ਦੀ ਲੱਤ ਟੁੱਟ ਗਈ ਸੀ। ਪੱਖੋਂ ਕੈਂਚੀਆਂ ਦੀ ਉਹ ਬੇਬੇ ਆ ਜੀ, ਤੇ ਉਹਨਾਂ ਦੇ ਕੋਈ ਔਲਾਦ ਨਹੀਂ, ਘਰ ਵਾਲਾ ਵੀ ਨਹੀਂ, ਪਰ ਫਿਰ ਵੀ ਉਹਨਾਂ ਦੇ ਅੰਦਰ ਜਿਹੜਾ ਜਜ਼ਬਾ ਸੀ ਤੇ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਉਹ ਵਾਕਈ ਦਿਲ ਦੇ ਵਿੱਚ ਘਰ ਕਰ ਗਈਆਂ। ਉਹਨਾਂ ਦਾ ਇਹ ਕਹਿਣਾ ਸੀ, ਮੇਰੇ ਚਾਹੇ ਕੋਈ ਬੱਚਾ ਨਹੀਂ ਪਰ ਇਹ ਸਾਰੇ ਮੇਰੇ ਧੀਆਂ ਪੁੱਤ ਬੈਠੇ ਨੇ ਔਰ ਇਹਨਾਂ ਦੀ ਖਾਤਰ ਮੈਂ ਇੱਥੇ ਡਟ ਕੇ ਬੈਠੀ ਆ। ਕੋਈ ਨਹੀਂ, ਜੇ ਮੈਨੂੰ ਵੱਢ ਵੀ ਦਿੰਦੇ, ਜੇ ਮੈਨੂੰ ਮਾਰ ਵੀ ਦਿੰਦੇ ਤਾਂ ਮੈਨੂੰ ਫਰਕ ਨਹੀਂ ਸੀ ਪੈਣਾ, ਮੈਂ ਆਪਣੇ ਹੱਕਾਂ ਦੇ ਲਈ ਇੱਥੇ ਡਟੀਆਂ ਤੇ ਡਟੀ ਰਹਾਂਗੀ। ਇਹਨਾਂ ਸਾਰੇ ਬਜ਼ੁਰਗਾਂ ਨੂੰ, ਜਿਹੜੇ ਨੌਜਵਾਨ ਆ ਉਹਨਾਂ ਨੂੰ, ਜਿਹੜੇ ਵੀ ਮਜ਼ਦੂਰ ਆ ਉਹਨਾਂ ਨੂੰ, ਸਮੁੱਚੇ ਕਿਸਾਨਾਂ ਨੂੰ ਲੱਖ ਵਾਰੀ ਸਲਾਮ ਕਰਦੇ ਸੀ ਤਾਂ ਕੁਝ ਵੀ ਨਹੀਂ ਉਹਨਾਂ ਮੂਹਰੇ। ਬਿਲਕੁਲ ਨਹੀਂ। ਉਹਨਾਂ ਦੇ ਸਿਰੜ ਦੇ ਮੂਹਰੇ ਹੈ ਕੌਣ? ਮੈਂ ਤਾਂ ਕਹਿੰਦਾ ਵੀ ਉਹ ਕੱਲੇ ਦੇ ਵਿੱਚ ਰੱਬ ਵਸਦਾ ਜੀ। ਕੱਲੀਆਂ ਜਾਗਦੀਆਂ ਜ਼ਮੀਰਾਂ ਵਾਲੇ ਤਾਂ ਹੈ ਹੀ ਉਹ, ਕਿਉਂਕਿ ਹਰ ਇੱਕ ਮੁੱਦੇ ਦੇ ਬਾਰੇ ਚ ਤਾਂ ਉਹ ਗੱਲ ਕਰ ਰਹੇ ਨੇ, ਚਾਹੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਹੋਣ, ਚਾਹੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਹੋਣ, ਚਾਹੇ ਸਾਡੇ ਹੱਕਾਂ ਦੀ ਗੱਲ ਹੋਵੇ, ਚਾਹੇ ਸਾਡੀਆਂ ਨਸਲਾਂ ਦੀ ਗੱਲ ਹੋਵੇ, ਚਾਹੇ ਸਾਡੀਆਂ ਫਸਲਾਂ ਦੀ ਗੱਲ ਹੋਵੇ। ਸਿਰਫ ਤੇ ਸਿਰਫ ਕਿਸਾਨ ਤੇ ਮਜ਼ਦੂਰ
ਜ਼ਰੂਰ ਜਿਉਂਦੇ ਲੱਗਦੇ ਨੇ, ਬਾਕੀ ਸਾਰੇ ਤਾਂ ਅਸੀਂ ਅੰਦਰੋਂ ਮੋਏ ਹੋਏ ਆ। ਸੋ ਅਵਿਜੋਤ ਵਰਗੇ ਬੱਚਿਆਂ ਨੂੰ ਵੀ ਅਸੀਂ ਸਲਾਮ ਕਰਦੇ ਆ, ਜਿਹੜੇ ਬੱਚੇ ਇੰਨੀ ਛੋਟੀ ਉਮਰ ਦੇ ਵਿੱਚ ਹਕੂਮਤ ਦੇ ਬਾਰੇ ਇੰਨਾ ਕੁਝ ਜਾਣਦੇ ਆ ਤੇ ਜਿਨ੍ਹਾਂ ਦੇ ਅੰਦਰ ਜਜ਼ਬਾ ਕਿ ਮੈਂ ਆਪਣੇ ਬਾਪੂ ਦੀ ਇੱਜ਼ਤ ਰੱਖਣੀ ਆ, ਮੈਂ ਆਪਣੀ ਮਾਤਾਵਾਂ ਦਾ ਮਾਣ ਰੱਖਣਾ, ਤੇ ਇਹ ਸਾਡਾ ਸਭ ਦਾ ਫਰਜ਼ ਆ ਕਿ ਅਸੀਂ ਹੰਬਲਾ ਮਾਰ ਕੇ ਜਿੱਤ ਕੇ ਮੁੜ ਗਏ। ਬਿਲਕੁਲ ਸਹੀ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨਥਨ ਜੀ। ਜੀ, ਤੇ ਟਣਾ ਸਾਹਿਬ ਇੱਕ ਵਾਰ ਫਿਰ ਤੋਂ ਕਿਸਾਨੀ ਦੇ ਬਾਰੇ ਚ ਗੱਲ ਜ਼ਰੂਰ ਕਰ ਲਈਏ। ਦੇਖੋ ਇਸ ਵੇਲੇ ਮਾਹੌਲ ਜਿਹੜਾ ਹਰ ਪਾਸੇ ਥੋੜਾ ਭਖਣਾ ਜਿਹਾ ਸ਼ੁਰੂ ਹੋ ਗਿਆ, ਕਿਉਂਕਿ ਜਦੋਂ ਤੋਂ ਕਿਸਾਨਾਂ ਨੇ ਆਪਣਾ ਨਵਾਂ ਪ੍ਰੋਗਰਾਮ ਦਿੱਤਾ ਹੈ ਕਿ ਅਸੀਂ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਾਂਗੇ, ਔਰ ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰਾਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਮੁੱਦੇ ਦੇ ਉੱਪਰ ਚਰਚਾ ਜ਼ਰੂਰ ਕਰਿਓ, ਇਸ ਤੋਂ ਜ਼ਰੂਰ ਇਹ ਲੱਗਦਾ ਹੈ ਕਿ ਜਿੰਨਾ ਵੀ ਸੈਸ਼ਨ ਹੋਏਗਾ ਮੌਨਸੂਨ ਵਾਲਾ, ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮੁੱਦਾ ਹੈ ਕਿਸਾਨੀ ਦਾ ਉਹ ਭਖੇਗਾ। ਤੇ ਭਖਣਾ ਵੀ ਚਾਹੀਦਾ, ਕਿਉਂਕਿ ਬਹੁਤ ਵਾਰ ਅਸੀਂ ਦੇਖਿਆ ਹੁਣ ਤੱਕ ਵਿਧਾਨ ਸਭਾ ਦੇ ਕਈ ਮੈਂਬਰ, ਲੋਕ ਸਭਾ ਦੇ ਤੇ ਰਾਜ ਸਭਾ ਦੇ ਕਈ ਮੈਂਬਰ ਸੁੱਚੇ ਮੂੰਹ ਵਾਪਸ ਆ ਜਾਂਦੇ ਆ। ਤਨਖਾਹਾਂ ਪੱਤੇ ਫੁੱਲ ਬਟਾ ਫੁੱਲ, ਉੱਥੇ ਹਾਜ਼ਰੀ ਲਾਉਣ ਦੇ ਪੈਸੇ ਵੱਖਰੇ ਮਿਲ ਜਾਂਦੇ ਆ। ਕਈ ਤਾਂ ਬਾਹਲੇ ਮਸ਼ਹੂਰ ਹਾਜ਼ਰੀ ਵੀ ਨਹੀਂ ਲਾਉਂਦੇਗੇ। ਅੱਛਾ ਜੀ। ਤੇ ਕਿਸੇ ਦੇ ਵਿੱਚ ਇੰਨੀ ਗੈਰਤ ਵੀ ਨਹੀਂ ਵੀ ਜਦੋਂ ਹਲਕੇ ਚ ਆ ਜਾਂਦਾ ਉਹਨੂੰ ਸਵਾਲ ਵੀ ਕਰ ਲੈਣ। ਉਦਾਂ ਬੜੇ ਔਖੇ ਹੁੰਦੇ, ਗਲਤੀ ਕਰ ਲਈ, ਕੱਖ ਨਹੀਂ ਬਣਿਆ, ਇਹਨੇ ਕੁਝ ਨਹੀਂ ਬਣਾਉਣਾ, ਡੋਬਤਾ ਪੰਜਾਬ, ਆਪ ਡੋਬਿਆ ਆਪਾਂ ਪੰਜਾਬ। ਆਪਾਂ ਵੀ ਜ਼ਿੰਮੇਵਾਰ ਆ ਪੰਜਾਬ ਡੋਬਣ ਦੇ ਲਈ। ਆਪਾਂ ਕਿੰਨੇ ਕੁ ਸੁਹਿਰਦਾਂ ਜੀ, ਆਪਾਂ ਆਪਦੇ ਪਿੰਡ ਦੇ ਲਈ, ਆਪਦੀ ਗਲੀ ਦੇ ਲਈ ਤੇ ਆਪਦੇ ਗਵਾਂਢੀ ਦੇ ਲਈ ਅੱਜ ਤੱਕ ਕਿੰਨਾ ਕੁਝ ਸੋਚਿਆ। ਟੈਣਾ ਸਾਹਿਬ, ਅਸੀਂ ਆਪਣੇ ਆਪ ਲਈ ਨਹੀਂ ਸੋਚਿਆ। ਅਸੀਂ ਕਿੰਨੇ ਕੁ ਸੁਹਿਰਦਾਂ ਆਪਣੇ ਭਵਿੱਖ ਨੂੰ ਲੈ ਕੇ, ਅਸੀਂ ਕਿੰਨੇ ਕੁ ਸੁਹਿਰਦਾਂ ਕਿ ਅਸੀਂ ਇਹ ਸੋਚਿਆ ਹੋਵੇ ਵੀ ਹਾਂ ਵੀ ਮੈਂ ਅੱਗੇ ਚੱਲ ਕੇ ਆਹ ਕੁਛ ਕਰਨਾ, ਆਪਣੇ ਮਾਪਿਆਂ ਨੂੰ ਸੁੱਖ ਦਾ ਸਾਹ ਦੇਣਾ ਹੈ। ਅਸੀਂ ਤਾਂ ਬਸ ਪਤਾ ਹੀ ਨਹੀਂ ਕਿਹੜੇ ਚੱਕਰਾਂ 'ਚ ਤੁਰੇ ਫਿਰਦੇ ਆ। ਸਾਨੂੰ ਇਹ ਲੱਗਦਾ ਕਿ ਹਰ ਮਸਲੇ 'ਚ ਟੰਗ ਫਸਾਉਣਾ ਤਾਂ ਸਾਡਾ ਹੱਕ ਹੈ, ਪਰ ਹਰ ਮਸਲੇ ਦਾ ਹੱਲ ਕੱਢਣਾ ਸਾਡਾ ਹੱਕ ਨਹੀਂ ਹੈ। ਬਿਲਕੁਲ। ਅਸੀਂ ਆਪਣੇ ਹੱਕਾਂ ਦੇ ਲਈ ਜਦੋਂ ਇਦਾਂ ਲੜਦੇ ਆ ਨਾ, ਜਦੋਂ ਸਾਨੂੰ ਸਾਡੇ ਫਰਜ਼ ਭੁੱਲ ਜਾਂਦੇ ਨੇ, ਉਦੋਂ ਫਿਰ ਉਹ ਲੜਾਈ ਕਿਸੇ ਹੋਰ ਹੀ ਪਾਸੇ ਨੂੰ ਤੁਰ ਪੈਂਦੀ ਹੈ। ਬਿਲਕੁਲ। ਤੇ ਪਾਰਲੀਮੈਂਟ ਦੇ ਜਿਹੜੇ ਘਰਾਓ ਦੀ ਗੱਲ ਕੀਤੀ ਹੈ ਨਾ, ਉਸ ਸਮੇਂ ਦੀ ਲੋੜ ਇਸ ਕਰਕੇ ਆ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਸੁੱਚੇ ਮੂੰਹ ਮੁੜੇ ਆਉਂਦੇ ਆ, ਤਨਖਾਹਾਂ ਪੱਤੇ ਮਿਲੀ ਜਾਂਦੇ ਆ, ਤੇ ਜਦੋਂ ਕੋਈ ਕੰਮ ਦੀ ਗੱਲ ਕਰਨੀ ਹੁੰਦੀ ਨਾ ਉਦੋਂ ਵਾਕਆਊਟ ਕਰ ਜਾਂਦੇ ਆ ਵੀ ਭਾਈ ਸਾਨੂੰ ਨਹੀਂ ਮਨਜ਼ੂਰ, ਏਦਾਂ ਸਾਨੂੰ ਨਹੀਂ, ਨਾਅਰੇਬਾਜ਼ੀ ਕਰਦੇ ਬਾਹਰ ਆ ਜਾਓ, ਮੁਰਦਾਬਾਦ ਤੇ ਚਲੋ ਮੁਰਦਾਬਾਦ ਕਰਕੇ ਬਾਹਰ ਆ ਜਾਓ। ਸੱਤਾਧਾਰੀ ਧਿਰ ਨੂੰ ਮੌਜ ਲੱਗ ਜਾਂਦੀ ਆ ਵੀ ਭਾਈ ਹੁਣ ਜਿਹੜੇ ਬਿੱਲ ਪਾਸ ਕਰਨੇ ਆ ਇਹਨਾਂ ਦੀ ਗੈਰ ਹਾਜ਼ਰੀ 'ਚ ਹੀ ਕਰ ਲਓ। ਤੇ ਨੁਕਸਾਨ ਕਿਹਦਾ ਹੋਇਆ? ਆਮ ਲੋਕਾਂ ਦਾ। ਭੇਜਦੇ ਅਸੀਂ ਚੁਣ ਕੇ ਇਸ ਗੱਲ ਦੇ ਲਈ ਵੀ ਸਾਡੇ ਹਲਕੇ ਦਾ ਮਸਲਾ ਹੱਲ ਹੋਵੇ, ਸਾਡੇ ਹਲਕੇ ਦੀ ਬਾਤ ਪਵੇ, ਉੱਥੇ ਸਾਡੇ ਹਲਕੇ ਦਾ ਵੱਖ-ਵੱਖ ਵਿਸ਼ੇਸ਼ ਹੋਏ ਜਾਣ, ਪਰ ਗੱਲ ਹੁੰਦੀ ਨਹੀਂ। ਕੋਈ ਬਾਹਰ ਨਕਲੀ ਜੀ ਪਾਰਲੀਮੈਂਟ ਬਣਾ ਕੇ ਬਹਿ ਜਾਂਦਾ, ਕੋਈ ਅੰਦਰ ਬਣਾ ਕੇ ਬਹਿ ਜਾਂਦਾ, ਕੋਈ ਮੂੰਗਫਲੀਆਂ ਵੇਚਣ ਲੱਗ ਜਾਂਦਾ, ਕੋਈ ਗਮਲੇ ਬੁੱਧੇ ਮਾਰ ਕੇ ਬਹਿ ਜਾਂਦਾ। ਪਿਛਲੀ ਵਾਰੀ ਸੜਕਣੇ ਲਈ ਫਿਰਨ, ਮੈਂ ਕਿਹਾ ਲੈ ਲਓ, ਇਹਨਾਂ ਨੂੰ ਚੁਣ ਲਓ, ਇਹਨਾਂ ਨੂੰ ਚੁਣ ਲਓ। ਸੋ ਐਤਕੀ ਭਾਈ ਕਿਸਾਨਾਂ ਨੇ ਜਿਹੜੀ ਗੱਲ ਕਹੀ ਆ, ਸਾਡੀ ਹੱਥ ਜੋੜ ਕੇ ਬੇਨਤੀ ਆ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਐਤਕੀ ਨਾ ਤੁਸੀਂ ਕਿਸਾਨਾਂ ਦਾ ਮੁੱਲ ਮੋੜ ਦਿਓ। ਸੱਚੀ ਗੱਲ। ਮਜ਼ਦੂਰਾਂ ਦਾ ਮੁੱਲ ਮੋੜ ਦਿਓ। ਤੁਹਾਨੂੰ ਉਹਨਾਂ ਨੇ ਬਹੁਤ ਸਾਰੀਆਂ ਉਮੀਦਾਂ ਤਹਿਤ ਜਿਤਾਇਆ ਹੁੰਦਾ। ਤੁਸੀਂ ਵੀ ਜ਼ਿੰਦਗੀ ਦੇ ਵਿੱਚ ਕੁਦਰਤ ਨੂੰ ਜਵਾਬ ਦੇਣ ਵਾਲੇ ਹੋਵੋ, ਆਪਣੇ ਆਪ ਨੂੰ ਜਵਾਬ ਦੇਣ ਵਾਲੇ ਹੋਵੋ ਵੀ ਯਾਰ ਅਸੀਂ ਸੱਚੇ ਮਨੋਂ ਇਹਨਾਂ ਦੇ ਨਾਲ ਖੜੇ ਸੀ, ਹਾਂ ਅਸੀਂ ਆ ਮਸਲਾ ਹੱਲ ਕਰਵਾਤਾ। ਜੇ ਤੁਹਾਨੂੰ ਇਹ ਲੱਗਦਾ ਕਿ ਹਕੂਮਤ ਗਲਤ ਕਰਦੀ ਹੈ ਤਾਂ ਜ਼ਰੂਰ ਬੋਲਿਓ, ਤੇ ਜੇ ਤੁਹਾਨੂੰ ਇਹ ਲੱਗਦਾ ਵੀ ਭਾਈ ਹਕੂਮਤ ਸਹੀ ਕਰਦੀ ਹੈ, ਕਿਸਾਨ ਗਲਤ ਆ, ਫਿਰ ਇੱਕ ਵਾਰ ਕਿਸਾਨਾਂ ਦੇ ਮੂਹਰੇ ਆ ਕੇ ਬੋਲਿਓ ਵੀ ਭਾਈ ਤੁਸੀਂ ਗਲਤ ਆ। ਬਿਲਕੁਲ ਸਹੀ। ਹਾਂ, ਤੇ ਬਾਕੀ ਫਿਰ ਖਬਰਾਂ ਪੜ੍ਹ ਲਾਂਗੇ। ਹਰਮਨ ਜੀ, ਦਿੱਲੀ ਦੀ ਇੱਕ ਅਦਾਲਤ ਦੇ ਵਿੱਚ ਸਨੀ ਦਿਓਲ ਆ ਗਿਆ। ਹਾਂਜੀ ਹਾਂਜੀ। ਕਿ ਸਨੀ ਦਿਓਲ ਕਿਉਂ ਆ ਗਿਆ ਅਦਾਲਤ 'ਚ? ਆ ਗਿਆ? ਨਹੀਂ ਕਿਸੇ ਤੇ ਕੋਈ ਮੁਕੱਦਮਾ ਹੋ ਗਿਆ? ਫਿਲਮਾਂ ਦੇ ਵਿੱਚ ਵੀ ਤਾਂ ਆਇਆ ਹੀ ਆ ਬਹੁਤ ਵਾਰ। ਹੈ ਉਹ ਤਾਂ ਪ੍ਰੋਫੈਸ਼ਨ ਆ, ਉਹ ਤਾਂ ਉਹਨਾਂ ਦਾ ਕੰਮ ਆ। ਪਰ ਗੱਲ ਇਹ ਆ ਵੀ ਇੱਥੇ ਅਦਾਲਤ 'ਚ ਤਾਂ ਬੰਦਾ ਤਾਂ ਹੀ ਜਾਂਦਾ ਨਾ ਜੇ ਕਿਸੇ ਤੇ ਮੁਕੱਦਮਾ ਕਰ ਦਿੱਤਾ ਜਾਂ ਕਿਸੇ ਨੇ ਉਹਨਾਂ ਤੇ ਕਰ ਦਿੱਤਾ। ਅੱਛਾ, ਫਿਲਮਾਂ ਦੇ ਵਿੱਚ ਆ ਜਾਣਾ, ਅਦਾਲਤ ਦੇ ਵਿੱਚ ਤਾਂ ਕੰਮ ਆ। ਜਿਹੜਾ ਲੋਕਾਂ ਨੇ ਚੁਣਿਆ, ਲੋਕ ਝੁੱਡੂ ਆ। ਨਹੀਂ, ਗੁਰਦਾਸਪੁਰ 'ਚ ਤਾਂ ਆਏ ਨਹੀਂਗੇ। ਟੈਣਾ ਸਾਹਿਬ ਮੈਂ ਕਦੋਂ ਕਿਹਾ, ਪਰ ਇਹ ਤਾਂ ਗੱਲ ਇਹ ਹੈ ਨਾ ਵੀ ਲੋਕਾਂ ਨੂੰ ਵੀ ਸੋਚ ਕੇ ਵੋਟ ਪਾਉਣੀ ਚਾਹੀਦੀ ਹੈ। ਤੇ ਨਾਲੇ ਕੱਲੇ ਸਨੀ ਦਿਓਲ ਦੀ ਕੀ ਗੱਲ ਕਰਦੇ ਹੋ, ਇੱਥੇ ਤਾਂ ਜਿਹੜੇ ਆਪ ਦੂਜੇ ਚੁਣੇ ਨੇ, ਜਿਹੜੇ ਪੰਜਾਬ ਦੇ ਵਿੱਚ ਹੀ ਰਹਿੰਦੇ ਨੇ, ਉਹ ਕਿੰਨਾ ਕੁ ਲੱਭਦੇ ਨੇ, ਉਹਦੇ ਬਾਰੇ ਵੀ ਦੱਸ ਦਿਓ। ਅਸਲ ਦੇ ਵਿੱਚ ਨਾ ਇੱਕ ਬੰਦੇ 'ਚ ਸਨੀ ਦਿਓਲ ਦੀ ਰੂਹ ਆ ਗਈ। ਕੀ ਮਤਲਬ? ਦਿੱਲੀ ਦੀ ਇੱਕ ਅਦਾਲਤ ਦੇ ਵਿੱਚ ਰਕੇਸ਼ ਕੁਮਾਰ ਨਾਂ ਦਾ ਇੱਕ ਬੰਦਾ ਗਿਆ, ਉਹਦਾ ਕੋਈ ਕੇਸ ਚੱਲਦਾ। ਅੱਛਾ ਜੀ। ਤਰੀਕ ਪਈ ਜਾਂਦੀ ਹੈ, ਤਰੀਕ ਤੇ ਤਰੀਕ ਤੇ ਤਰੀਕ ਤੇ ਤਰੀਕ ਪਈ ਜਾਂਦੀ ਹੈ। 12 ਤਰੀਕ ਨੂੰ ਕਹਿ ਦਿੰਦੇ ਵੀ ਅਗਲੀ 26, 26 ਨੂੰ ਕਹਿ ਦਿੰਦੇ ਅਗਲੀ 13, 13 ਨੂੰ ਕਹਿ ਦਿੰਦੇ ਅਗਲੀ 24। ਏਦਾਂ ਉਹ ਅੱਕਿਆ ਪਿਆ। ਉਹ ਜੀ ਗਿਆ ਉੱਥੇ ਅਦਾਲਤ ਦੇ ਵਿੱਚ, ਸਾਰਾ ਕੁਝ ਖਿਲਾਰਤਾ, ਬਲਬ ਤੋੜਤੇ, ਕੁਰਸੀਆਂ ਮੂਧੀਆਂ ਮਾਰੀਆਂ, ਲੈਂਪ ਜਾ ਤੋੜਤਾ, ਟਿਊਬ ਲਾਈਟਾਂ ਤੋੜਤੀਆਂ। ਕਹਿੰਦਾ ਤਾਰੀਖ ਪੇ ਤਾਰੀਖ, ਤਾਰੀਖ ਪੇ ਤਾਰੀਖ, ਤਾਰੀਖ ਪੇ ਤਾਰੀਖ। ਨਹੀਂ ਸਨੀ ਦਿਓਲ ਨੇ ਆ ਤਾਂ ਜ਼ਰੂਰ ਕਿਹਾ ਸੀ, ਪਰ ਆ ਲੈਂਪ ਬੱਤੀਆਂ ਕਦੋਂ ਤੋੜੀਆਂ ਸੀ? ਉਹ ਫਿਰ ਜੋਸ਼ ਆ ਗਿਆ। ਐਡਾ ਕਾਹਦਾ ਜੋਸ਼ ਆ ਗਿਆ? ਇਹ ਤਾਂ ਪਿਛਲਾ ਮਾਮਲਾ ਕੀ ਨਿਭਣਾ, ਨਵਾਂ ਸਿਆਪਾ ਪਾ ਲਿਆ ਫਿਰ ਉਹਨੇ।
ਕਹਿੰਦਾ ਮੈਂ ਅੱਕਿਆ ਪਿਆ ਤਾਰੀਖ ਪੇ ਤਾਰੀਖ ਸੁਣ ਕੇ। ਅੱਛਾ ਜੀ। ਮਸਲਾ ਮੇਰਾ ਕਿਉਂ ਨਹੀਂ ਹੱਲ ਹੁੰਦਾ? ਤੁਸੀਂ ਮੇਰੀ ਖੇਡ ਬਣਾਈ ਆ, ਕਦੇ ਤਰੀਕ ਪਾ ਦਿਓ, ਕਦੇ ਐਂ ਕਰ ਦਿਓ, ਕਦੇ ਐਂ ਕਰ ਦਿਓ, ਐ ਨਹੀਂ ਹੁੰਦਾਗਾ। ਦੇਖੋ ਗੱਲ ਇਹ ਹੈ ਵੀ ਜੋ ਉਸ ਬੰਦੇ ਨੇ ਕੀਤਾ ਹੈ ਤਾਂ ਉਹ ਗਲਤ, ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਸੀ। ਪਰ ਟਾਣਾ ਸਾਹਿਬ ਇੱਕ ਆਮ ਬੰਦੇ ਦੀ ਵਿਥਿਆ ਵੀ ਕੋਈ ਕੀ ਜਾਣੇ, ਹਨਾ? ਸੱਚੀ ਗੱਲ ਹੈ, ਜਦੋਂ ਕਿਸੇ ਨੂੰ ਇਹਨਾਂ ਚੱਕਰਾਂ ਦੇ ਵਿੱਚ ਪੈਣਾ ਪੈਂਦਾ ਨਾ, ਜਦੋਂ ਚਾਹੇ ਬੰਦਾ ਸਹੀ ਹੈ, ਚਾਹੇ ਮੁਕੱਦਮਾ ਕਰਨ ਵਾਲਾ ਹੈ ਤੇ ਚਾਹੇ ਜਿਹਦੇ ਉੱਤੇ ਹੋਇਆ ਉਹ, ਖੱਜਲ ਦੋਵੇਂ ਬਰਾਬਰ ਦੇ ਹੀ ਹੁੰਦੇ ਨੇ। ਬਿਲਕੁਲ। ਤੇ ਇਹ ਸਾਡਾ ਭਰਮ ਹੁੰਦਾ ਕਿ ਮੈਂ ਖਿੱਚ ਦੇਣਾ ਉਹਨੂੰ। ਹਾਂ। ਹੁਣ ਮੈਨੂੰ ਕੋਰਟ ਚ ਘੜੀਸੂ, ਪਹਿਲਾਂ ਬੰਦਾ ਆਪ ਘੜੀਸਿਆ ਜਾਂਦਾ ਉੱਥੇ, ਤੇ ਮਗਰ ਉਹ ਘੜੀਸਿਆ ਜਾਂਦਾ। ਦੇਖੋ ਮੈਂ ਨਾ ਕਿਤੇ ਇੱਕ ਗੱਲ ਪੜ੍ਹੀ ਸੀ ਟਾਣਾ ਸਾਹਿਬ ਕਿ ਲੋਕਾਂ ਦੇ ਅੰਦਰ ਵਿਸ਼ਵਾਸ ਕਿੰਨਾ ਜ਼ਿਆਦਾ ਹੈ, ਭਾਰਤ ਦੇ ਲੋਕਾਂ ਦੇ ਅੰਦਰ ਵਿਸ਼ਵਾਸ ਕਿੰਨਾ ਜ਼ਿਆਦਾ ਹੈ। ਕਰੋੜਾਂ ਲੱਖਾਂ ਦੀ ਗਿਣਤੀ ਦੇ ਵਿੱਚ ਕੇਸ ਪੈਂਡਿੰਗ ਪਏ ਨੇ, ਤੇ ਤਾਂ ਵੀ ਜਦੋਂ ਕਿਤੇ ਕੋਈ ਮਸਲਾ ਖੜਾ ਹੁੰਦਾ ਨਾ ਤਾਂ ਫੱਟ ਕਹਿੰਦੇ ਆ ਤੈਨੂੰ ਅਦਾਲਤ 'ਚ ਵੇਖ ਲਓ। ਹਾਂ ਸਹੀ ਹੈ ਨਾ? ਇਹ ਅਦਾਲਤ ਦੇ ਵਿੱਚ ਵੇਖਣ ਦੇ ਚੱਕਰ ਦੇ ਵਿੱਚ ਹੀ ਅਸੀਂ ਆਪਣੀ ਜ਼ਿੰਦਗੀ ਦਾ ਕਿੰਨਾ ਕੀਮਤੀ ਸਮਾਂ ਇਹਨਾਂ ਕੰਮਾਂ ਦੇ ਵਿੱਚ ਗਵਾ ਦਿੰਨੇ ਆ, ਕਿੰਨਾ ਪੈਸਾ ਉਜਾੜ ਦਿੰਨੇ ਆ, ਕਿੰਨੀਆਂ ਜੁੱਤੀਆਂ ਘਸਾ ਲੈਂਦੇ ਆ, ਇਹ ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ। ਤੇ ਸੁਰਜੀਤ ਪਾਤਰ ਸਾਹਿਬ ਨੇ ਐਵੇਂ ਲਿਖਿਆ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ। ਹਾਂ, ਬਿਰਖ ਹੋ ਜਾਂਦੇ, ਫੈਸਲੇ ਸੁਣਦੇ ਆ ਮੁੱਕ ਗਏ। ਹਾਂ। ਸੋ ਇਸ ਕਰਕੇ ਭਾਈ ਰਕੇਸ਼ ਦਾ ਗੁੱਸਾ ਆਪਣੀ ਥਾਂ ਤੇ ਵਾਜਬ, ਪਰ ਜਿਹੜਾ ਤਰੀਕਾ ਅਪਣਾਇਆ ਉਹ ਉਸ ਤੋਂ ਵੀ ਜ਼ਿਆਦਾ ਗਲਤ ਆ। ਜਿਵੇਂ ਉਹਦਾ ਪਹਿਲਾਂ ਉਹ ਕਹਿੰਦਾ ਮੇਰੇ ਨਾਲ ਜ਼ਿਆਦਤੀ ਹੋਈ ਆ, ਹੁਣ ਉਹਨੇ ਆਪਦੇ ਨਾਲ ਆਪ ਹੀ ਕਰਵਾ ਲੈਣੀ ਹੈ। ਗੁੱਸੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਜੀ, ਗੁੱਸੇ ਨੂੰ ਪੀ ਲੈਣਾ ਚਾਹੀਦਾ। ਮੈਂ ਇੱਕ ਫਿਲਮ ਦੇਖੀ ਸੀ, ਉਹ ਵੀ ਸਨੀ ਦਿਓਲ ਤੇ ਅਮਰੀਸ਼ ਪੁਰੀ ਦੀ ਸੀ। ਉਹਦੇ 'ਚ ਅਮਰੀਸ਼ ਪੁਰੀ ਨੂੰ ਕੈਂਸਰ ਹੋਇਆ ਵਿਆ, ਉਹ ਹਸਪਤਾਲ ਦੇ ਵਿੱਚ ਪਿਆ। ਉਹ ਮੁੰਡਾ ਆਪਦੇ ਬਾਪੂ ਨੂੰ ਦੇਖਣ ਆਉਂਦਾ, ਯਾਨੀ ਕਿ ਸਨੀ ਦਿਓਲ, ਤੇ ਬਾਹਰ ਆ ਕੇ ਨਾ ਤੇ ਰੋਣ ਲੱਗ ਜਾਂਦਾ। ਤੇ ਅਮਰੀਸ਼ ਪੁਰੀ ਉਹਦੇ ਮੋਢੇ ਤੇ ਹੱਥ ਰੱਖ ਕਹਿੰਦਾ, ਗੁੱਸੇ ਕੋ ਪੀਣਾ ਸੀਖ, ਹਾਏ ਹਾਏ ਮੇਰੇ ਬੇਟੇ, ਸ਼ਾਂਤ। ਆਹਾ, ਕੀ ਬਾਤ ਟਾਣਾ ਸਾਹਿਬ। ਐਂ ਆ ਫਿਰ ਜਿਹੜੀ ਅਮਰੀਸ਼ ਪੁਰੀ ਦੀ ਰੂਹ ਆਈ ਹੈ ਨਾ, ਇਹ ਵੀ ਮਤਲਬ ਬਸ ਨਹੀਂ। ਫਿਰ ਮੈਨੂੰ ਹੋਰ ਇੱਕ ਦਿਲ ਜਲੇ ਫਿਲਮ ਵਾਲਾ ਵੀ ਆਉਂਦਾ। ਉਹ ਕਿਹੜਾ? ਉਹ ਸੀ ਨਾ ਜਦੋਂ ਵੀ ਉਹ ਅੱਤਵਾਦੀ ਬਣ ਜਾਂਦਾ, ਠੀਕ ਆ, ਉਹ ਬਾਅਦ ਚ ਘੜਾ ਜਾ ਖੜਕਾਉਂਦਾ ਹੁੰਦਾ, ਉਹ ਛਾਕਾ ਬਣ ਜਾਂਦਾ ਜਦੋਂ, ਉਹ ਫਿਰ ਕਹਿੰਦਾ ਦਿਲ ਜਲੇ ਦਿਲ ਮਿਲੇ। ਟਾਣਾ ਸਾਹਿਬ ਐਂ ਵੀ ਆ। ਮੈਨੂੰ ਲੱਗਦਾ ਤੁਸੀਂ ਫਿਲਮਾਂ ਕਰੋਗੇ। ਮੈਂ ਨਹੀਂ ਫਿਲਮਾਂ ਕਰਦਾ, ਆਪਾਂ ਬੰਦੇ ਰੱਖੇ ਫਿਲਮਾਂ ਕਰਨ ਨੂੰ, ਪ੍ਰਚਾਰ ਕਰਨ ਨੂੰ। ਕੀ ਬਾਤ, ਉਹ ਵੀ ਮੁਫਤ ਵਾਲਾ। ਹਾਂ, ਮੁਫਤ ਵਾਲਾ। ਹਰਮਨ ਜੀ, ਕਈ ਬੱਚੇ, ਕਈ ਧੀਆਂ, ਕਈ ਭੈਣਾਂ, ਕਈ ਪੁੱਤ ਇਹੋ ਜਿਹਾ ਕੰਮ ਕਰ ਦਿਖਾਉਂਦੇ ਆ, ਇੱਕ ਸਧਾਰਨ ਪਿਤਾ ਦਾ ਮਾਪਿਆਂ ਦਾ ਨਾਂ ਇੰਨਾ ਵੱਡਾ ਕਰ ਦਿੰਦੇ ਆ ਵੀ ਉਹਨਾਂ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਮਾਣ ਹੁੰਦਾ ਜੀ। ਜਿਹੜੇ ਪੜ੍ਹਨਾ ਤੇ ਲਿਖਣਾ ਢਿੱਡੋਂ ਜਾਣਦੇ ਆ, ਜਿਨ੍ਹਾਂ ਦੀ ਉਤਸੁਕਤਾ ਹੁੰਦੀ ਵੀ ਭਾਈ ਸਮਾਜ ਦੇ ਵਿੱਚ ਕੀ ਕੁਝ ਹੋ ਵਾਪਰ ਰਿਹਾ। ਜਿਵੇਂ ਆਪਣਾ ਕੰਮ ਆ ਜਾਂ ਕਿਸੇ ਵੀ ਪੱਤਰਕਾਰ ਦਾ ਕੰਮ ਆ, ਵੀ ਉਹਨੇ ਜੋ ਕੁਝ ਸਮਾਜ ਦੇ ਵਿੱਚ ਗਲਤ ਵਰਤਾਰਾ ਹੁੰਦਾ ਤੇ ਉਹਦੇ ਉੱਤੇ ਟਿੱਪਣੀ ਕਰਨੀ ਜੀ, ਚਾਹੇ ਸਹੀ ਹੋ ਰਿਹਾ ਹੋਵੇ ਚਾਹੇ ਗਲਤ ਹੋ ਰਿਹਾ ਹੋਵੇ। ਹਰ ਬੰਦੇ ਦਾ ਕੰਮ ਆ, ਹਰ ਬੰਦੇ ਦਾ ਕਿੱਤਾ। ਬਿਲਕੁਲ ਉਸੇ ਤਰੀਕੇ ਦੇ ਨਾਲ ਜਿਹੜੇ ਬੰਦੇ ਦੇ ਜਿਹੜਾ ਕੁਝ ਹਿੱਸੇ ਆਇਆ ਉਹਨੂੰ ਉਹ ਕਰਨਾ ਚਾਹੀਦਾ। ਮੈਨੂੰ ਨਾ ਇੱਕ ਵਾਰੀ ਇੱਕ ਮਾਤਾ ਕਹਿੰਦੀ ਪੁੱਤ, ਅੱਜ ਕੱਲ੍ਹ ਨਾ ਲੋਕ ਪਤਾ ਨਹੀਂ ਕਿਉਂ ਫੇਸਬੁੱਕ ਤੇ ਫਲਾਣੇ ਤੇ ਟਿੱਪਣੀਆਂ ਜੀਆਂ ਬਾਹਲੀਆਂ ਮਾੜੀਆਂ ਕਰਦੇ ਆ। ਮੈਂ ਕਿਹਾ ਮਾਤਾ ਜੀ, ਬੇਬੇ ਜੀ, ਇਹ ਤੁਹਾਡੇ ਪੁੱਤ ਦਾ ਵਾਅਦਾ ਵੀ ਅਸੀਂ ਗੰਦੀ ਅਸਭਿਅਕ ਮਰਿਆਦਾ ਤੋਂ ਸੱਖਣੀ ਟਿੱਪਣੀ ਨਹੀਂ ਕਰਦੇ। ਤੇ ਮੈਂ ਕਿਹਾ ਜਿਹੜੇ ਕਰਦੇ ਉਹਨਾਂ ਨੇ ਤਾਂ ਆਪਦੀ ਬੇਬੇ ਦੀ ਖਾਧੀ ਪੰਜੀਰੀ ਦਾ ਮੁੱਲ ਵੀ ਨਹੀਂ ਮੋੜਿਆ ਹਾਲੇ ਤੱਕ। ਉਹ ਤਾਂ ਪਤਾ ਨਹੀਂ ਉਹਦੇ ਵਿੱਚ ਕਮਰ ਕੱਸਾ ਗਲਤ ਪੈ ਗਿਆ, ਉਹਦੇ ਵਿੱਚ ਦਾਖਾਂ ਗਲਤ ਪੈ ਗਈਆਂ, ਉਹਦੇ ਵਿੱਚ ਕਾਜੂ ਗਲਤ ਪੈ ਗਏ, ਵੀ ਪਤਾ ਨਹੀਂ ਕੀ ਗੱਲ ਆ। ਪਰ ਉਹਨਾਂ ਮਾਵਾਂ ਨੂੰ ਵੀ ਸਲਾਮ ਜਿਨ੍ਹਾਂ ਨੇ ਇਹੋ ਜਿਹੀਆਂ ਹਸਤੀਆਂ ਜੰਮੀਆਂ। ਪਰ ਗੱਲ ਅਸਲ ਦੇ ਵਿੱਚ ਇਹ ਆ ਵੀ 5 ਧੀਆਂ ਹਨੂਮਾਨਗੜ੍ਹ ਦੇ ਵੱਲ, ਰਾਜਸਥਾਨ ਦੇ ਵੱਲ, ਤੇ ਉੱਥੇ 5 ਧੀਆਂ ਨੇ RAS ਦੀ ਪ੍ਰੀਖਿਆ ਪਾਸ ਕਰਕੇ ਨਾ, ਪ੍ਰਸ਼ਾਸਕੀ ਪ੍ਰੀਖਿਆ ਜਿਹੜੀ, ਉਹ ਮਾਪਿਆਂ ਦਾ ਨਾਂ ਐਸਾ ਬਣਾ ਦਿੱਤਾ। ਬਾਪੂ ਪੜ੍ਹਿਆ 5 ਜਮਾਤਾਂ, ਪੈਸਾ ਟਕਾ ਕੋਲੇ ਕੋਈ ਹੈ ਨਹੀਂ। ਪਹਿਲਾਂ 3 ਧੀਆਂ ਪ੍ਰਸ਼ਾਸਕੀ ਅਹੁਦਿਆਂ ਦੇ ਉੱਤੇ ਪਹੁੰਚ ਗਈਆਂ, ਤੇ ਜਿਹੜੀਆਂ 2 ਸੀ ਉਹ ਵੀ ਉਹਨਾਂ ਅਹੁਦਿਆਂ ਦੇ ਉੱਤੇ ਪਹੁੰਚ ਗਈਆਂ, ਤੇ ਪੂਰੀ ਦੁਨੀਆ ਦੇ ਵਿੱਚ ਚਰਚਾ ਛਿੜੀ ਕਿਉਂਕਿ ਉਹ ਪੜ੍ਹਦੀਆਂ ਸੀ, ਲੜਦੀਆਂ ਨਹੀਂ ਸੀ ਜੀ, ਕਿਉਂਕਿ ਉਹ ਅਕਲ ਵਾਲੀਆਂ ਸੀ, ਅਕਲ ਤੋਂ ਸੱਖਣੀਆਂ ਨਹੀਂ ਸੀ। ਸੋ ਇਹ ਜਿਹੜੀਆਂ 5 ਧੀਆਂ ਦੀ ਤੁਸੀਂ ਗੱਲ ਕੀਤੀ ਹੈ ਟਾਣਾ ਸਾਹਿਬ, ਇਹਨਾਂ ਦੇ ਬਾਪੂ ਦਾ ਨਾਮ ਹੈ ਸਹਿਦੇਵ ਸਹਾਰਨ, ਕਿਸਾਨ ਨਿਆਮ। ਇਹਨਾਂ ਦੀਆਂ 5 ਧੀਆਂ ਨੇ, ਔਰ ਇਹਨਾਂ ਦੀਆਂ 5 ਧੀਆਂ ਜਿਹੜੀਆਂ ਹਨੂਮਾਨਗੜ੍ਹ ਦੀ ਇਹ ਗੱਲ ਹੈ, ਉਹਨਾਂ ਚੋਂ 3 ਜਿਨ੍ਹਾਂ ਚੋਂ ਇੱਕ ਹੈ ਅੰਮੂ, ਰਿਤੂ ਤੇ ਸੁਮਨ। ਇਹ ਜਿਹੜੀਆਂ ਨੇ ਇਹ ਇਸ ਵੇਲੇ ਇਹਨਾਂ ਨੇ ਜਿਹੜੀ ਪ੍ਰਸ਼ਾਸਕੀ ਪ੍ਰੀਖਿਆ ਉਹ ਪਾਸ ਕੀਤੀ ਹੈ, ਤੇ ਹੁਣ RAS ਦੀ ਪ੍ਰੀਖਿਆ ਜਿਹੜੀ ਪਾਸ ਕਰਨ ਤੋਂ ਬਾਅਦ ਉਹ 14 ਤੇ ਪਹੁੰਚੀਆਂ ਨੇ। ਤੇ 2 ਧੀਆਂ ਜਿਨ੍ਹਾਂ ਦੇ ਵਿੱਚੋਂ ਰੋਮਾ ਤੇ ਮੰਜੂ, ਇਹ ਪਹਿਲਾਂ ਹੀ RAS ਪਾਸ ਕਰ ਚੁੱਕੀਆਂ ਨੇ। ਸੋ ਗੱਲ ਇਹ ਹੈ, ਪੂਰੀ ਦੁਨੀਆ ਦੇ ਵਿੱਚ ਆਪਣੇ ਮਾਪਿਆਂ ਦਾ ਨਾਂ ਬਣਾਤਾ ਇਹਨਾਂ ਧੀਆਂ ਨੇ, ਔਰ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਕਰਾਰੀ ਚਪੇੜ ਮਾਰੀ ਹੈ ਜਿਹੜੇ ਹਮੇਸ਼ਾ ਇਹ ਕਹਿੰਦੇ
ਪੱਥਰ ਹੀ ਦੇਤਾ ਰੱਬ ਨੇ। ਤਾਂ ਇਹ ਤਾਂ ਪੱਥਰ ਮਾਰਿਆ ਮੱਥੇ, ਇਹ ਪੱਥਰ ਨਹੀਂ, ਇਹ ਤਾਂ ਹੀਰੇ ਨੇ, ਹੀਰੇ ਜਿਹੜੇ ਕਿ ਉਹ ਅਸਲ 'ਚ ਕਹਿੰਦੇ ਹੁੰਦੇ ਨਾ ਵੀ ਕੋਲੇ ਦੀ ਖਦਾਨ 'ਚੋਂ ਹੀਰਾ ਨਿਕਲਦਾ ਹੁੰਦਾ ਹੈ। ਤੇ ਆਮ ਤੌਰ ਤੇ ਲੋਕਾਂ ਨੂੰ ਪਰਖ ਨਹੀਂ ਹੁੰਦੀ ਕਿ ਹੀਰਾ ਕੀ ਹੈ ਤੇ ਕੋਲਾ ਕੀ ਹੈ, ਪਰ ਅਸਲ ਦੇ ਵਿੱਚ ਹੀਰੇ ਪਛਾਣਨ ਦੀ ਲੋੜ ਹੈ। ਇਹ ਧੀਆਂ ਜਿਹੜੀਆਂ ਨੇ ਜਿਸ ਤਰੀਕੇ ਨਾਲ ਇਹਨਾਂ ਨੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ, ਮੈਂ ਚਾਹੁੰਦੀ ਦੁਨੀਆ ਦੀ ਹਰ ਇੱਕ ਧੀ ਕਰੇ। ਵਾਹ ਕੀ ਬਾਤ ਆ ਜੀ, ਇਹ ਮਾਣ ਹੈ ਇਹਨਾਂ ਧੀਆਂ ਦੇ ਉੱਪਰ। ਬਿਲਕੁਲ ਸਹੀ ਗੱਲ ਆ ਜੀ। ਤੇ ਨਾ ਝਾਵਿਆਂ ਦੇ ਨਾਲੋਂ ਇਹ ਧੀਆਂ ਜੰਮੀਆਂ ਠੀਕ ਆ। ਹਾਂ, ਇਹਨਾਂ ਧੀਆਂ ਨੇ ਕੁਝ ਕਰਕੇ ਤਾਂ ਦਿਖਾਇਆ। ਜੀ। ਤੁਸੀਂ ਇਹ ਦੇਖੋ ਵੀ ਕੁੜੀਆਂ ਚਿੜੀਆਂ ਅੱਜ ਹਰ ਖੇਤਰ ਦੇ ਵਿੱਚ ਅੱਗੇ ਕਿਉਂ ਜਾ ਰਹੀਆਂ। ਮੈਂ ਇਹ ਨਹੀਂ ਕਹਿਣਾ ਵੀ ਮੁੰਡੇ ਗਲਤ ਆ, ਨਹੀਂ, ਬਹੁਤ ਸਾਰੇ ਮੁੰਡੇ ਵੀ ਜਾ ਰਹੇ ਨੇ, ਮੁੰਡੇ ਵੀ ਮਿਹਨਤ ਕਰਦੇ ਆ, ਪਰ ਹਰ ਵਾਰ ਇਹੀ ਕਿਉਂ ਪੜਨ ਨੂੰ ਮਿਲਦਾ ਜਾਂ ਬਹੁਤੀ ਵਾਰ ਕਿਉਂ ਪੜਨ ਨੂੰ ਮਿਲਦਾ ਕਿ 12ਵੀਂ ਦੀ ਮੈਰਿਟ ਦੇ ਵਿੱਚ ਕੁੜੀਆਂ ਅਵਲ, 10ਵੀਂ ਦੀ ਮੈਰਿਟ 'ਚ ਕੁੜੀਆਂ ਅਵਲ, ਕੁੜੀਆਂ ਨੇ ਫੇਰ ਬਾਜ਼ੀ ਮਾਰੀ, ਕੁੜੀਆਂ ਨੇ ਮਾਰੀ ਫੇਰ ਬਾਜ਼ੀ। ਜਦੋਂ ਇਹ ਪੜਦੇ ਆ ਉਦੋਂ ਇਸ ਗੱਲ ਦੇ ਵੱਲ ਵੀ ਖਿਆਲ ਜਾਣਾ ਚਾਹੀਦਾ ਵੀ ਇਹ ਸੱਚੀ ਮੁੱਚੀ ਲਗਨ ਦੇ ਨਾਲ ਪੜਦੀਆਂ, ਇਹ ਸੱਚੀ ਮੁੱਚੀ ਨਿੱਠ ਕੇ ਪੜਦੀਆਂ। ਤੇ ਮੇਰੇ ਵਰਗੇ ਜਿਹੜੇ ਉਹ ਕਹਿੰਦੇ ਵੀ ਮੈਂ ਤਾਂ ਐਂ ਕਰ ਲੈਣਾ, ਮੈਂ ਉਧਰ ਛੁਰਲੀ ਛੱਡਤੀ, ਮੈਂ ਉਧਰ ਛੁਰਲੀ ਛੱਡਤੀ, ਤੇ ਬਾਅਦ ਦੇ ਵਿੱਚ ਗੱਲਾਂ ਕਰੀ ਜਾਣਗੇ ਐਤਕੀ ਕਿਤੇ ਨਾ ਪਾਸ ਹੋ ਜਾਈਏ ਮਹਾਰਾਜ, ਗੱਲ ਬਣ ਜੇ 5 ਰੁਪਈਆਂ ਦਾ ਪ੍ਰਸ਼ਾਦ, 5 ਦਾ ਪ੍ਰਸ਼ਾਦ ਚੜਾਉਂ। ਗੱਲ ਸਹੀ ਹੈ। ਸੋ ਮਿਹਨਤ ਲਗਨ ਕਰਨ ਵਾਲੇ ਸਾਰੇ ਲੋਕਾਂ ਨੂੰ ਸਲਾਮ ਹੈ ਟਾਣਾ ਸਾਹਿਬ, ਚਾਹੇ ਉਹ ਪੁੱਤ ਹੋਣ ਚਾਹੇ ਉਹ ਧੀਆਂ ਹੋਣ। ਸਾਡਾ ਸਾਰਿਆਂ ਦਾ ਇਹ ਫਰਜ਼ ਹੈ ਕਿ ਅਸੀਂ ਆਪਣੇ ਮਾਪਿਆਂ ਦੇ ਲਈ ਕੁਝ ਨਾ ਕੁਝ ਜ਼ਰੂਰ ਕਰੀਏ। ਸਾਨੂੰ ਆਪਣੇ ਮਾਪਿਆਂ ਨੂੰ ਸੁੱਖ ਦਾ ਸਾਹ ਦਿਵਾਉਣ ਦਾ ਹੱਕ ਤਾਂ ਹੈ, ਇਹ ਸਾਡਾ ਫਰਜ਼ ਵੀ ਹੈ। ਇਸ ਫਰਜ਼ ਨੂੰ ਜ਼ਰੂਰ ਅਸੀਂ ਪਛਾਣੀਏ ਤੇ ਨਿਭਾਈਏ, ਤੇ ਬਾਕੀ ਇਹੋ ਜਿਹੀਆਂ ਧੀਆਂ ਘਰ ਘਰ ਜੰਮਣ। ਬਿਲਕੁਲ। ਤੇ ਹੁਣ ਆਪਣੇ ਜਾਣ ਦਾ ਸਮਾਂ ਵੀ ਹੋ ਗਿਆ, ਪਰ ਮੈਂ ਜਾਣੇ ਦਰਸ਼ਕਾਂ ਦੇ ਨਾਲ ਇੱਕ ਹੋਰ ਸਾਂਝ ਪਾ ਲਾਂ। ਤੁਸੀਂ ਸਾਡਾ ਬਹੁਤ ਸਹਿਯੋਗ ਦਿੰਦੇ ਆ ਜੀ, ਤੁਸੀਂ ਸਾਡੇ ਉੱਤੇ ਬਹੁਤ ਮਾਣ ਕਰਦੇ ਆ ਜੀ, ਤੇ ਸਿਰਾਂ ਵਾਲਿਆਂ ਦੀ ਬਹੁਤ ਲੋੜ ਹੁੰਦੀ ਆ, ਉਹ ਭਾਵੇਂ ਪੱਤਰਕਾਰ ਹੋਣ ਤੇ ਭਾਵੇਂ ਦਰਸ਼ਕਾਂ ਤੇ ਭਾਵੇਂ ਸਰੋਤੇ ਜੀ। ਸੋ ਅਸੀਂ ਤੁਹਾਡੀ ਉਮੀਦ ਨੂੰ ਟੁੱਟਣ ਨਹੀਂ ਦੇਵਾਂਗੇ। ਹਾਂ, ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਜਾਰੀ ਰੱਖਾਂਗੇ। ਜੀ। 20 ਸਾਲ ਤੋਂ ਮੇਰਾ ਇਹੀ ਕੰਮ ਆ ਤੇ ਪਿਛਲੇ ਲਗਭਗ 8-9 ਸਾਲ ਤੋਂ ਹਰਮਨਜੀਤ ਦਾ ਇਹੀ ਕੰਮ ਹੈ। ਤੇ ਬੇਫਿਕਰ ਰਹੋ, ਅਸੀਂ ਥਿੜਕਦੇ ਨਹੀਂਗੇ। ਜੀ ਬਿਲਕੁਲ, ਚਾਹੀਦਾ ਵਿਚਾਰ ਇਉਂ ਹੀ ਚੱਲਦਾ ਰਿਹਾ ਹੈ ਤੇ ਇਉਂ ਹੀ ਚੱਲਦਾ ਰਹੇਗਾ। ਸੱਚੀਆਂ ਗੱਲਾਂ ਇਉਂ ਹੀ ਕਰਦੇ ਰਹੇ ਆ ਤੇ ਇਉਂ ਹੀ ਕਰਦੇ ਰਵਾਂਗੇ। ਤੇ ਸਮੇਂ-ਸਮੇਂ ਤੇ ਆਪਾਂ ਬੰਦੇ ਬਦਲ ਕੇ ਮਸ਼ਹੂਰੀ ਕਰਦੇ ਰਹਿਣਾ। ਜੀ, ਤੇ ਚਾਹੇ ਕਿਸੇ ਦੇ ਗੋਡੇ ਲੱਗੇ ਤੇ ਚਾਹੇ ਫਿਰ ਗਿੱਟੇ ਲੱਗੇ, ਇਹ ਇਦਾਂ ਹੀ ਚੱਲੂਗਾ। ਸੋ ਬਾਕੀ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਸਮੇਟਦੇ ਆ, ਜਾਣ ਦਾ ਹੋ ਗਿਆ ਵੇਲਾ। ਦੋਵਾਂ ਦੀ ਇਜਾਜ਼ਤ, ਪ੍ਰਤੀਕਿਰਿਆ ਜ਼ਰੂਰ ਆਪਣੀ ਸਾਡੇ ਤੱਕ ਪਹੁੰਚਾਇਓ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ।